ਟੀਵੀ ਪੰਜਾਬੀ ਦੁਨੀਆ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਕਰਦੇ ਹਾਂ ਜੀ ਤਹਿ ਦਿਲੋਂ ਸਵਾਗਤ। ਅੱਜ ਸਕੈਜੂਲ ਕੀਤਾ ਹੋਇਆ ਸੀਗਾ ਪ੍ਰੋਗਰਾਮ ਕਰਨਾ ਸੀਗਾ ਰਕੇਸ਼ ਕੁਮਾਰ ਜੀ ਦੇ ਨਾਲ ਸੁਨਾਮ ਤੋਂ, ਜਿਨ੍ਹਾਂ ਦਾ ਅਸੀਂ ਕੱਲ੍ਹ ਵੀ ਇੰਟਰਵਿਊ ਪੇਸ਼ ਕੀਤਾ ਸੀਗਾ। ਕਮਾਲ ਦੀ ਗੱਲਬਾਤ ਕੱਲ੍ਹ ਹੋਈ ਉਹਨਾਂ ਨਾਲ, ਜਿਹੜਾ ਕਿ ਮੇਰੀ ਘੱਟੋ ਘੱਟ ਬਹੁਤ ਸੈਟਿਸਫੈਕਸ਼ਨ ਹੋਈ। ਬਹੁਤ ਚੰਗਾ ਲੱਗਿਆ ਕਿ ਵਿਅਕਤੀ ਸਾਡੇ ਸਮਾਜ 'ਚ ਐਸੇ ਵੀ ਨੇ ਜਿਹੜੇ ਅਜੇ ਵੀ ਦੁਨੀਆ ਤੋਂ ਹਟ ਕੇ ਉਸ ਦੌੜ 'ਚ ਸ਼ਾਮਲ ਨਹੀਂ ਅਤੇ ਆਪਣੇ ਕੰਮ ਦੇ ਵਿੱਚ ਨਿਸ਼ਠਾਪੂਰਵਕ ਕੰਮ ਕਰਕੇ ਆਪਣਾ ਨਾਂ ਜਿਹੜਾ ਦੁਨੀਆ 'ਤੇ ਬਣਾਉਂਦੇ ਨੇ। ਸੋ ਅੱਜ ਉਹਨਾਂ ਨਾਲ ਅਸੀਂ ਗੱਲ ਕਰਨੀ ਆ। ਉਹਨਾਂ ਨੇ ਕੱਲ੍ਹ ਦੇ ਪ੍ਰੋਗਰਾਮ 'ਚ ਸਾਨੂੰ ਦੱਸਿਆ ਸੀ ਕਿ 13 ਬੁੱਕਸ ਹੁਣ ਤੱਕ ਉਹਨਾਂ ਦੀਆਂ ਆ ਗਈਆਂ ਅਤੇ ਇੱਕ ਇਹ ਸਮਝ ਲਿਆ ਜਾਵੇ ਕਿ ਸ਼ਹੀਦ ਊਧਮ ਸਿੰਘ ਦੇ ਸ਼ਹਿਰ ਦੇ ਵਿੱਚ ਕਸਬੇ ਉਸ 'ਚ ਸੁਨਾਮ 'ਚ ਇਹਨਾਂ ਜਨਮ ਲਿਆ ਸੀਗਾ। ਔਰ ਸ਼ਹੀਦ ਨਾਲ ਕੁਦਰਤੀ ਗੱਲ ਆ ਕਿ ਭਾਵੇਂ ਅਸੀਂ ਸਾਰੇ ਪੰਜਾਬੀ ਮੋਹ ਕਰਦੇ ਹਾਂ, ਪਰ ਮਾਣ ਹੁੰਦਾ ਹੈ ਆਪਣੇ ਸ਼ਹਿਰ 'ਤੇ, ਆਪਣੇ ਪਿੰਡ 'ਤੇ, ਆਪਣੇ ਕਸਬੇ 'ਤੇ ਕਿ ਉੱਥੋਂ ਕੋਈ ਵਿਅਕਤੀ ਉੱਠ ਕੇ ਦੁਨੀਆ 'ਚ ਉਹਦਾ ਨਾਂ ਹੋਵੇ। ਅਤੇ ਜਿਹੜੇ ਸਾਡੇ ਸ਼ਹੀਦ ਨੇ, ਬਹੁਤ ਗੁੰਮਨਾਮ ਸ਼ਹੀਦ ਨੇ ਜਿਨ੍ਹਾਂ ਬਾਰੇ ਕਦੀ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ, ਪਰ ਕੁਝ ਲੋਕ ਜਿਨ੍ਹਾਂ ਦਾ ਕੁਝ ਵੱਖਰਾ ਕੰਮ ਸੀਗਾ। ਸ਼ਹੀਦ ਊਧਮ ਸਿੰਘ ਜਿਨ੍ਹਾਂ ਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਵੀ ਰੱਖਿਆ ਸੀਗਾ, ਔਰ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਕਾਫੀ ਸਾਰੇ ਨਾਂ ਨੇ, ਖੈਰ ਵੱਡੇ ਨਾਂ, ਗਦਰੀ ਮੂਵਮੈਂਟ ਦੇ ਨਾਂ, ਹੋਰ ਨਾਂ। ਉਹਨਾਂ 'ਤੇ ਨਿਸ਼ਠਾ ਨਾਲ ਕੰਮ ਕਰਨ ਦੀ ਲੋੜ ਹੈ। ਬਹੁਤ ਸਾਰਾ ਅਜੇ ਕਈ ਤਾਂ ਮੂਵਮੈਂਟ ਇਹੋ ਜਿਹੀਆਂ ਨੇ ਜਿਹੜੀਆਂ ਸਰਕਾਰ ਨੇ ਖੁਦ ਰੈਕੋਗਨਾਈਜ਼ ਨਹੀਂ ਕੀਤੀਆਂ ਕਿ ਇਹ ਲੋਕ ਸਾਡੇ ਲਈ ਜਿਹੜੇ ਆ ਸ਼ਹੀਦ ਵੀ ਹੋਏ ਜਾਂ ਨਹੀਂ, ਇਹਨਾਂ ਦਾ ਆਜ਼ਾਦੀ 'ਚ ਕਿੰਨਾ ਕੁ ਰੋਲ ਹੈ। ਪਰ ਕੁਝ ਲੋਕ ਆਪਣੀ ਡੈਡੀਕੇਸ਼ਨ ਨਾਲ ਜੁੜੇ ਰਹਿੰਦੇ ਨੇ, ਉਹਨਾਂ ਦੇ ਬਾਰੇ ਹੋਰ ਨਵੀਆਂ ਗੱਲਾਂ ਅੱਗੇ ਲੈ ਕੇ ਆਉਂਦੇ ਰਹਿੰਦੇ ਨੇ। ਸੋ ਅੱਜ ਅਸੀਂ ਗੱਲਬਾਤ ਕਰਾਂਗੇ ਰਕੇਸ਼ ਜੀ ਦੇ ਨਾਲ ਕਿ ਸ਼ਹੀਦ ਊਧਮ ਸਿੰਘ ਬਾਰੇ ਜਿਹੜੀ ਉਹਨਾਂ ਦੀ ਬੁੱਕ ਆਈ ਆ ਉਹਦੇ ਵਿੱਚ ਕਿਸ ਤਰ੍ਹਾਂ ਦਾ ਉਹਨਾਂ ਨੂੰ ਲੱਗਿਆ, ਕੀ ਅਲੱਗ ਹੈ ਦੁਨੀਆ ਨਾਲੋਂ। ਸੋ ਸਭ ਤੋਂ ਪਹਿਲਾਂ ਸਵਾਗਤ ਕਰ ਲਈਏ ਅਸੀਂ ਰਕੇਸ਼ ਜੀ, ਤੁਹਾਡਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਜੀ। ਜੀ ਆਇਆਂ ਨੂੰ। ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ ਤੇ ਸਲਾਮ ਜੀ। ਜੀ ਮੈਂ ਜਿਵੇਂ ਭੂਮਿਕਾ 'ਚ ਦੱਸਿਆ ਜੀ, ਸ਼ਹੀਦ ਊਧਮ ਸਿੰਘ ਦੇ ਬਾਰੇ ਤੁਸੀਂ ਕਾਫੀ ਕੰਮ ਕੀਤਾ ਹੈ, ਉਹਨਾਂ ਬਾਰੇ ਖੋਜ ਕੀਤੀ ਆ, ਉਹਨਾਂ 'ਤੇ ਕਿਤਾਬ ਲਿਖੀ ਆ। ਵੈਸੇ ਕਿਤਾਬ ਲਿਖਣ ਦਾ ਤਾਂ ਮਤਲਬ ਇਹੀ ਹੁੰਦਾ ਹੈ, ਬਹੁਤ ਸਾਰੇ ਸਾਹਿਤਕਾਰ ਸਾਡੇ ਹੁੰਦਾ ਇਹ ਆ ਕਿ ਇੱਕ ਚੀਜ਼ ਆਉਂਦੀ ਆ ਅਤੇ ਉਹਦੀ ਮੱਖੀ ਦੇ ਮੱਖੀ ਮਾਰੀ ਜਾਂਦੇ ਆ, ਅੱਗੇ ਦੀ ਅੱਗੇ ਆਪਣੇ ਸ਼ਬਦਾਂ 'ਚ ਲਿਖੀ ਜਾਂਦੇ ਆ। ਜੇ ਕੁਝ ਨਵੀਆਂ ਚੀਜ਼ਾਂ, ਨਵੀਆਂ ਖੋਜਾਂ, ਨਵੀਆਂ ਗੱਲਾਂ ਬਾਤਾਂ ਹੋਣ ਤਾਂ ਫਿਰ ਲੋਕਾਂ ਨੂੰ ਪਤਾ ਲੱਗਦਾ ਹੈ ਚੀਜ਼ਾਂ ਬਾਰੇ ਕਿ ਕਿੰਨਾ ਕੰਮ ਕਰਨ ਵਾਲਾ। ਭਾਜੀ ਜਗਮੋਹਨ ਹਰਾਂ ਨੇ, ਸ਼ਹੀਦ ਭਗਤ ਸਿੰਘ ਦੇ ਜਿਹੜੇ ਭਾਣਜੇ ਨੇ, ਉਹਨਾਂ ਨੇ ਚਾਚਾ ਜੀ ਅਜੀਤ ਸਿੰਘ ਦੇ ਬਹੁਤ ਕੰਮ ਕੀਤਾ ਔਰ ਬਹੁਤ ਦੂਰ ਤੱਕ ਡੈਪਥ ਜਾ ਕੇ ਖੋਜ ਕੀਤੀ ਔਰ ਕਈ ਨਵੇਂ ਤੱਥ ਜਿਹੜੇ ਆ ਉਹ ਚਾਚਾ ਜੀ ਦੀ ਜੀਵਨੀ ਦੇ ਸਾਹਮਣੇ ਆਏ ਸੀਗੇ। ਤੁਸੀਂ ਪਹਿਲਾਂ ਮੈਨੂੰ ਦੱਸੋ ਕਿ ਸ਼ਹੀਦ ਊਧਮ ਸਿੰਘ ਬਾਰੇ, ਤੁਹਾਡਾ ਨਗਰ ਹੈ, ਉੱਥੇ ਤੁਸੀਂ ਬਚਪਨ ਤੋਂ ਦੇਖਦੇ ਆਏ ਹੋ, ਉਹਨਾਂ ਬਾਰੇ ਗੱਲਾਂ ਹੁੰਦੀਆਂ ਨੇ, ਕਿਸ ਤਰ੍ਹਾਂ ਦਾ ਅਸਰ ਤੇ ਕਿਵੇਂ ਤੁਸੀਂ ਇਹ ਸਾਰਾ ਜਿਹੜਾ ਸੀਗਾ ਬੁੱਕ ਲਿਖਣ ਦਾ ਸਬੱਬ ਬਣਿਆ ਜੀ? ਦੇਖੋ ਜੀ, ਇਸ ਤਰ੍ਹਾਂ ਕਿ ਜਦੋਂ 1974 ਦੇ ਵਿੱਚ ਸ਼ਹੀਦ ਦੀਆਂ ਅਸਥੀਆਂ ਇੰਗਲੈਂਡ ਤੋਂ ਲਿਆਂਦੀਆਂ ਸੀਗੀਆਂ ਤਾਂ ਉਸ ਵੇਲੇ ਮੈਂ ਬਹੁਤ ਛੋਟਾ ਸੀਗਾ ਤੇ ਮੈਂ ਆਪਣੇ ਪਿਤਾ ਜੀ ਨਾਲ ਉਹ ਅਸਥੀਆਂ ਸਾਡੇ ਇੱਥੇ ਸੁਨਾਮ ਦੇ ਵਿੱਚ ਖੇਡ ਸਟੇਡੀਅਮ ਦੇ ਵਿੱਚ ਲਿਆਂਦੀਆਂ ਗਈਆਂ ਸੀਗੀਆਂ ਤੇ ਇੱਕ ਵੱਡੇ ਸਾਰੇ ਚਬੂਤਰੇ ਦੇ ਉੱਤੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ। ਉਸ ਵੇਲੇ ਸਾਰੇ ਧਰਮਾਂ ਦਾ ਜਿਹੜੇ ਸੀਗੇ ਮਤਲਬ ਪਾਠ ਹੋ ਰਿਹਾ ਸੀਗਾ ਤੇ ਇੱਕ ਗਲਾਈਡਰ ਪੀਲੇ ਰੰਗ ਦਾ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਸੀਗਾ ਉਹਦਾ ਉਹ ਕਰ ਰਿਹਾ ਸੀਗਾ, ਯਾਨੀ ਕਿ ਫੁੱਲ ਬਰਸਾ ਰਿਹਾ ਸੀਗਾ। ਇਹ ਮੈਂ ਸਾਰਾ ਸੀਨ ਆਪਣੀਆਂ ਅੱਖਾਂ ਨਾਲ ਦੇਖਿਆ ਸੀਗਾ ਤੇ ਉਸ ਤੋਂ ਬਾਅਦ ਹੀ ਮੈਨੂੰ ਮਤਲਬ ਕਿ ਇਸ ਤਰ੍ਹਾਂ ਹੋਇਆ ਕਿ ਸਾਡੇ ਸ਼ਹਿਰ ਦੇ ਸ਼ਹੀਦ ਬਾਰੇ ਮੈਂ ਕੁਝ ਜਾਣਨਾ। ਉਦੋਂ ਮੈਨੂੰ ਕੁਰਿਓਸਿਟੀ ਪੈਦਾ ਹੋਈ ਕਿ ਮੈਨੂੰ ਵੀ ਸਾਡੇ ਸ਼ਹਿਰ ਦੇ ਸ਼ਹੀਦ ਬਾਰੇ ਜਾਣਨਾ ਚਾਹੀਦਾ ਹੈਗਾ। ਉਦੋਂ ਮੇਰੇ ਮਨ ਦੇ ਵਿੱਚ ਸ਼ੁਰੂ ਹੋਇਆ ਕਿ ਮੈਂ ਜ਼ਰੂਰ ਇਸ ਬਾਰੇ ਕੁਝ ਮਤਲਬ ਪੜ੍ਹਾਂਗਾ ਜੀ। ਤੇ ਫਿਰ ਕਿਸ ਤਰ੍ਹਾਂ ਜਿਵੇਂ ਵੱਡੇ ਹੁੰਦੇ ਗਏ ਤੇ ਕੁਦਰਤੀ ਆਪ ਜਿਹੜੀ ਲਗਨ ਲੱਗਦੀ ਆ ਬਚਪਨ 'ਚ, ਅੱਗੇ ਚੱਲ ਕੇ ਉਹ ਹੋਰ ਤੀਬਰ ਰੂਪ ਜਿਹੜੀ ਅਖਤਿਆਰ ਕਰ ਲੈਂਦੀ ਆ ਤੇ ਫਿਰ ਬੰਦਾ ਕਈ ਵਾਰ ਵੱਡਾ ਹੁੰਦਾ, ਜਦੋਂ ਆਪਣੀ ਰੋਜ਼ੀ ਰੋਟੀ ਦੇ ਜੁਗਾੜ ਵਿੱਚ, ਪਰਿਵਾਰ ਨੂੰ ਪਾਲਣ ਦੇ ਜੁਗਾੜ 'ਚ ਰੁੱਝ ਜਾਂਦਾ ਤੇ ਕਈ ਵਾਰ ਮਨ ਦੀਆਂ ਸਦਰਾਂ ਵਿੱਚ ਰਹਿ ਜਾਂਦੀਆਂ। ਪਰ ਜਿਵੇਂ ਤੁਸੀਂ ਮੈਨੂੰ ਦੱਸਿਆ ਸੀਗਾ ਕਿ ਤੁਸੀਂ ਨੌਕਰੀ ਦੇ ਦੌਰਾਨ ਵੀ ਸੰਘਰਸ਼ਮਈ ਜੀਵਨ ਕੀਤਾ ਤੇ ਉਸ ਤੋਂ ਬਾਅਦ VRS ਲੈ ਕੇ ਫਿਰ ਤੁਸੀਂ ਪੂਰਨ ਤੌਰ 'ਤੇ ਲੇਖਕ ਵਜੋਂ ਸਥਾਪਿਤ ਹੋਏ ਤੇ ਸ਼ਹੀਦ ਦੇ ਬਾਰੇ ਜੋ ਤੁਸੀਂ ਲਿਖਿਆ ਉਹਦੇ ਬਾਰੇ ਕੁਝ ਆਪਾਂ ਅੱਜ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਸਾਂਝੀਆਂ। ਪਹਿਲੀ ਗੱਲ ਤਾਂ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਕਿ ਮਤਲਬ ਰੁਤਬਾ ਤੇ ਹਰ ਇੱਕ ਸ਼ਹੀਦ ਦਾ ਬਰਾਬਰ ਹੈ, ਚਾਹੇ ਉਹਦਾ ਨਾਂ ਕਿਸੇ ਨੂੰ ਨਾਮ ਹੀ ਪਤਾ ਹੋਵੇ, ਪਰ ਜੋ ਕਾਰਨਾਮਾ ਸ਼ਹੀਦ ਊਧਮ ਸਿੰਘ ਨੇ ਕੀਤਾ, ਲੰਬਾ ਸਮਾਂ ਆਪਣੇ ਦਿਲ ਵਿੱਚ ਗੱਲ ਰੱਖੀ ਜਲਿਆਂਵਾਲੇ ਬਾਗ ਦੀ, ਜਿੱਦਾਂ ਸਾਨੂੰ ਦੱਸਿਆ ਗਿਆ ਹੈ, ਤੇ ਜਲਿਆਂਵਾਲੇ ਬਾਗ ਦਾ ਬਦਲਾ ਉਹਨਾਂ ਨੇ ਇੰਗਲੈਂਡ ਜਾ ਕੇ ਬੜੇ ਸੰਘਰਸ਼ਾਂ ਤੋਂ ਬਾਅਦ ਲਿਆ।
ਤੁਸੀਂ ਆਪਣੇ ਹਿਸਾਬ ਨਾਲ ਦੱਸੋ ਕਿ ਇਹ ਜਿਹੜੀ ਮਤਲਬ ਲਗਾਤਾਰਤਾ ਬਣੀ ਰਹੀ ਇੰਨੇ ਲੰਬੇ ਸਮੇਂ ਬਾਅਦ, ਕਿਸੇ ਚੀਜ਼ ਦਾ ਬਦਲਾ ਲੈਣਾ ਤੇ ਮੂਵਮੈਂਟ ਨਾਲ ਜੁੜੇ ਰਹਿਣਾ, ਇਹ ਕਿਸ ਤਰ੍ਹਾਂ ਦਾ ਜੀਵਨ ਉਹਨਾਂ ਦਾ ਸੀ? ਔਰ ਬਚਪਨ ਤੋਂ ਜੀਵਨ ਤੋਂ ਥੋੜੀ ਜਿਹੀ ਸਾਨੂੰ ਉਹਨਾਂ ਨਾਲ ਸਾਂਝ ਪਾਓ। ਆਪਾਂ ਵੀ ਸੁਣਦੇ ਪੜ੍ਹਦੇ ਆਏ ਹਾਂ ਕਿ ਉਹਨਾਂ ਦੇ ਮਾਂ-ਬਾਪ ਜਿਹੜੇ ਸੀ ਉਹ ਨਹੀਂ ਸੀ ਤੇ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਯਤੀਮਖਾਨੇ ਅੰਮ੍ਰਿਤਸਰ ਛੱਡ ਗਿਆ ਸੀ, ਉੱਥੇ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਸੀਗਾ। ਤੇ ਥੋੜਾ ਜਿਹਾ ਉਹਨਾਂ ਦੇ ਜੀਵਨ ਬਾਰੇ, ਪਰਿਵਾਰ ਬਾਰੇ, ਬਚਪਨ ਬਾਰੇ ਜੋ ਤੁਸੀਂ ਉਹਨਾਂ ਬਾਰੇ ਤੁਸੀਂ ਖੋਜ ਕੀਤੀ, ਲਿਖਿਆ, ਪੜ੍ਹਿਆ, ਸਾਨੂੰ ਸ਼ੁਰੂ ਤੋਂ ਸਾਰੀ ਆਪਣੀ ਕਿਤਾਬ ਬਾਰੇ ਜਿਹੜੀ ਆ ਉਹ ਜਾਣਕਾਰੀ ਦਿਓ। ਮੇਰੇ ਖਿਆਲ ਬਹੁਤੇ ਸਵਾਲ ਕਰਨ ਨਾਲੋਂ ਬੈਟਰ ਹੈ ਕਿ ਤੁਸੀਂ ਵਿਸਤਾਰ 'ਚ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰੋ ਤਾਂ ਵੱਧ ਤੋਂ ਵੱਧ ਜਿਹੜਾ ਕੰਟੈਂਟ ਆ ਉਹ ਸਾਡੇ ਦਰਸ਼ਕਾਂ ਤੱਕ ਜਾ ਸਕੇ। ਠੀਕ ਹੈ ਜੀ, ਮੈਂ ਸ਼ੁਰੂ ਕਰਦਾ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਬਹੁਤ ਬਰੀਫ ਚ ਦੱਸਦਾ ਜੀ ਕਿ ਸ਼ਹੀਦ ਊਧਮ ਸਿੰਘ ਦਾ ਜਿਹੜਾ ਜਨਮ ਸੀਗਾ 26 ਦਸੰਬਰ 1899 ਨੂੰ ਸੁਨਾਮ ਦੇ ਵਿੱਚ ਹੋਇਆ ਸੀਗਾ। ਇਹਨਾਂ ਦੇ ਬਚਪਨ ਦਾ ਜਿਹੜਾ ਨਾਮ ਸੀ ਉਹ ਸ਼ੇਰ ਸਿੰਘ ਸੀਗਾ ਜੀ, ਤੇ ਪਿਤਾ ਦਾ ਨਾਮ ਚੂੜ ਸੀ, ਮਾਤਾ ਦਾ ਨਾਮ ਨਰਾਇਣੀ ਸੀਗਾ, ਤੇ ਇੱਕ ਇਹਨਾਂ ਦਾ 3 ਸਾਲ ਦਾ ਵੱਡਾ ਭਰਾ ਸੀ ਜਿਹਦਾ ਨਾਮ ਸਾਧੂ ਸਿੰਘ ਸੀਗਾ। ਫਿਰ ਇਹ ਅੰਮ੍ਰਿਤਪਾਨ ਕਰਨ ਤੋਂ ਬਾਅਦ ਪਿਤਾ ਜੀ ਦਾ ਨਾਮ ਟਹਿਲ ਸਿੰਘ ਹੋ ਗਿਆ ਸੀ, ਮਾਤਾ ਜੀ ਦਾ ਨਾਮ ਹਰਨਾਮ ਕੌਰ ਹੋ ਗਿਆ ਸੀ। ਤੇ ਊਧਮ ਸਿੰਘ ਜਦੋਂ ਇਹ 3 ਸਾਲ ਦੇ ਸੀਗੇ ਤਾਂ ਇਹਨਾਂ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ ਸੀ। ਜਿਹੜੇ ਇਹਨਾਂ ਦੇ ਪਿਤਾ ਸੀਗੇ ਇਹ ਇੱਕ ਗਰੀਬ ਕਿਸਾਨ ਸੀਗੇ। ਕੁਝ ਸਮਾਂ ਇਹ ਰੇਲਵੇ ਫਾਟਕ ਦੇ ਉੱਤੇ ਵੀ ਚੌਕੀਦਾਰੀ ਕਰਦੇ ਰਹੇ। ਫਿਰ 1907 ਦੇ ਲਾਗੇ ਜਦੋਂ ਇਹ ਆਪਣੇ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਗਏ ਤੇ ਰਸਤੇ 'ਚ ਬਿਮਾਰ ਹੋ ਗਏ, ਤੇ ਆਪਣੇ ਬੱਚਿਆਂ ਨੂੰ ਜਿਹੜਾ ਇਹਨਾਂ ਦੇ ਰਿਸ਼ਤੇਦਾਰ ਸੀਗੇ ਆਪਣੇ ਰਾਗੀ ਚੰਚਲ ਸਿੰਘ, ਉਹਨਾਂ ਨੂੰ ਸੌਂਪ ਕੇ ਉਹ ਮਰ ਗਏ ਸੀਗੇ ਜੀ। ਤੇ ਊਧਮ ਸਿੰਘ ਦੇ ਭਰਾ ਅਨਾਥ ਹੋ ਗਏ ਸੀਗੇ। ਤੇ ਫਿਰ ਜਿਹੜਾ ਚੰਚਲ ਸਿੰਘ ਸੀਗਾ, ਇਹਨਾਂ ਨੇ ਦੋਨੇ ਬੱਚਿਆਂ ਨੂੰ 24 ਅਕਤੂਬਰ 1907 ਨੂੰ ਅੰਮ੍ਰਿਤਸਰ ਜਿਹੜਾ ਯਤੀਮਖਾਨਾ ਹੈਗਾ ਪੁਤਲੀ ਘਰ ਕੋਲ, ਉੱਥੇ ਉਹਨਾਂ ਨੂੰ ਭਰਤੀ ਕਰਵਾ ਦਿੱਤਾ ਸੀਗਾ। ਤੇ ਮੁੱਢਲਾ ਜੀਵਨ ਦੋਨੇ ਭਰਾਵਾਂ ਦਾ ਉੱਥੇ ਯਤੀਮਖਾਨੇ 'ਚ ਹੋਇਆ। ਫਿਰ ਕੁਝ ਦੇਰ ਬਾਅਦ ਇਹਨਾਂ ਜਿਹੜਾ ਵੱਡੇ ਭਰਾ ਦੀ ਸੀਗੀ, ਉਹ ਕਿਹਾ ਜਾਂਦਾ ਕਿ ਨਮੋਨੀਆ ਨਾਲ ਉਹਨਾਂ ਦੀ ਮੌਤ ਹੋ ਗਈ ਸੀਗੀ। ਤੇ ਊਧਮ ਸਿੰਘ ਨੇ ਯਤੀਮਖਾਨੇ ਦੇ ਵਿੱਚ ਹੀ ਆਪਣੀ ਪੜ੍ਹਾਈ ਪ੍ਰਾਪਤ ਕੀਤੀ। ਪੇਂਟਿੰਗ ਕਰਨਾ, ਕੁਰਸੀਆਂ ਬੁਣਨਾ, ਤਰਖਾਨੀ ਦਾ ਕੰਮ, ਹੋਰ ਜਿਹੜਾ ਕਾਫੀ ਕੁਛ ਜਿਹੜਾ ਸੀਗਾ ਉਹਨਾਂ ਨੇ ਉੱਥੇ ਯਤੀਮਖਾਨੇ ਦੇ ਵਿੱਚ ਹੀ ਸਿੱਖਿਆ ਸੀਗਾ। 1918 ਦੇ ਕਰੀਬ ਇਹਨਾਂ ਨੇ ਯਤੀਮਖਾਨਾ ਛੱਡਤਾ। ਫਿਰ ਈਸਟ ਅਫਰੀਕਾ ਮੋਵਾਸਾ ਸ਼ਹਿਰ ਚਲੇ ਗਏ ਤੇ ਉੱਥੇ ਨੈਰੋਬੀ ਦੇ ਵਿੱਚ ਜਰਮਨ ਕੰਪਨੀ ਦੇ ਵਿੱਚ ਮੋਟਰ ਮਕੈਨਿਕ ਦੇ ਤੌਰ ਤੇ ਕੰਮ ਕੀਤਾ। ਤੇ 13 ਮਾਰਚ 1940 ਨੂੰ ਮਾਈਕਲ ਡਵਾਇਰ ਦੇ ਕਤਲ ਤੇ ਅੰਗਰੇਜ਼ ਅਫਸਰਾਂ ਦੇ ਗੋਲੀਆਂ ਚਲਾਉਣ ਦੇ ਦੋਸ਼ ਦੇ ਵਿੱਚ 31 ਜੁਲਾਈ 1940 ਨੂੰ ਮਤਲਬ ਇਹਨਾਂ ਨੂੰ ਅੰਗਰੇਜ਼ਾਂ ਨੇ ਲੰਦਨ 'ਚ ਫਾਂਸੀ ਲਾਤੀ ਸੀ। ਉਸ ਵੇਲੇ ਇਹਨਾਂ ਦੀ ਉਮਰ ਕੋਈ 40 ਸਾਲ ਦੇ ਕਰੀਬ ਸੀਗੀ। ਸ਼ਹੀਦ ਊਧਮ ਸਿੰਘ ਬਾਰੇ ਇਹ ਗੱਲ ਪ੍ਰਚਲਿਤ ਹੈ, ਆਮ ਜਿਹੜੀ ਗੱਲ ਕਹੀ ਜਾਂਦੀ ਹੈ ਕਿ ਇਹਨਾਂ ਨੇ 21 ਸਾਲ ਬਾਅਦ ਮਾਈਕਲ ਡਵਾਇਰ ਨੂੰ ਮਾਰ ਕੇ 13 ਅਪ੍ਰੈਲ 1919 ਨੂੰ ਹੋਏ ਜਲਿਆਂਵਾਲਾ ਬਾਗ ਦੇ ਸਾਕੇ ਦਾ ਜਿਹੜਾ ਹੈਗਾ ਬਦਲਾ ਲਿਆ ਤੇ ਮਾਰਨ 'ਚ 21 ਸਾਲ ਡਿੱਗਦਾ ਰਿਹਾ। ਇਹੀ ਗੱਲ ਜਿਹੜੀ ਹੈ ਕਵਿਤਾਵਾਂ ਦੇ ਵਿੱਚ, ਕਵਿਸ਼ਰੀਆਂ ਦੇ ਵਿੱਚ ਜੀ, ਵਾਰਾਂ 'ਚ, ਨਾਟਕਾਂ 'ਚ, ਡਾਕੂਮੈਂਟਰੀਆਂ 'ਚ ਦਿਖਾਈ ਜਾਂਦੇ। ਪਰ ਜਦੋਂ ਮੈਂ ਇਹਦੇ ਬਾਰੇ ਪੜ੍ਹਨਾ ਸ਼ੁਰੂ ਕੀਤਾ, मैंने ਇਹਦੇ ਬਾਰੇ ਡਾਕੂਮੈਂਟ ਇਕੱਠੇ ਕੀਤੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਗਿਆ, ਅਨਾਥਾਲय ਮੈਂ ਕਈ ਵਾਰ ਗਿਆ ਜਿੱਥੇ ਉਹਨਾਂ ਦਾ ਬਚਪਨ ਰਿਹਾ ਸੀਗਾ। DAV ਕਾਲਜ ਜਲੰਧਰ, ਦੇਸ਼ ਭਗਤ ਯਾਦਗਾਰ ਹਾਲ, ਪੰਜਾਬੀ ਯੂਨੀਵਰਸਿਟੀ, ਸ਼ਹਿਰ ਮਤਲਬ ਪੂਰੀ ਸਟੇਟ ਦੀਆਂ ਸਾਰੀਆਂ ਲਾਇਬ੍ਰੇਰੀਆਂ 'ਚ ਮੈਂ ਪੁਰਾਣੀਆਂ ਡਾਕੂਮੈਂਟ ਲੱਭੇ। ਨੈਸ਼ਨਲ ਆਰਕਾਈਵ ਦਿੱਲੀ ਗਿਆ ਮੈਂ, ਆਪਣਾ ਆਰਕਾਈਵ ਪਟਿਆਲੇ ਗਿਆ ਮੈਂ। ਇਸੇ ਤਰ੍ਹਾਂ ਵਿਦੇਸ਼ੀ ਲੇਖਕਾਂ ਨੇ ਜਿਹੜੀਆਂ ਇਹਨਾਂ ਦੀਆਂ ਕਿਤਾਬਾਂ ਲਿਖੀਆਂ ਨੇ ਇਹਨਾਂ ਬਾਰੇ ਜਲਿਆਂਵਾਲਾ ਬਾਗ ਸੰਬੰਧ ਵਿੱਚ, ਉਹ ਮੈਂ ਇੰਗਲੈਂਡ ਤੇ ਅਮਰੀਕਾ ਤੋਂ ਮੰਗਾਈਆਂ। ਫਿਰ ਬ੍ਰਿਟਿਸ਼ ਟਰਸਟ ਜਿਹੜਾ ਇੰਡੀਆ ਤੇ ਇੰਡੀਅਨ ਵਰਕਰ ਐਸੋਸੀਏਸ਼ਨ ਨੇ ਜਿਹੜੀਆਂ ਮਤਲਬ 5 ਫਾਈਲਾਂ 1997 ਚ ਰਿਲੀਜ਼ ਕੀਤੀਆਂ, ਉਹ ਪੜ੍ਹੀਆਂ ਸਾਰੀਆਂ। ਤੇ ਉਸ ਤੋਂ ਬਾਅਦ 2016 ਤੋਂ ਬਾਅਦ ਅਸੀਂ ਵੀ ਕਿਤਾਬਾਂ ਕੁਛ ਇੱਥੋਂ ਰਿਲੀਜ਼ ਕੀਤੀ ਜਿਹੜੇ ਪਬਲਿਕ ਡੋਮੇਨ ਤੇ ਜੋ ਬ੍ਰਿਟਿਸ਼ ਸਰਕਾਰ ਨੇ ਪਾਈਆਂ ਸੀ, ਨੈਸ਼ਨਲ ਆਰਕਾਈਵ ਲੰਡਨ ਵਾਲਿਆਂ ਨੇ, ਉਹ ਮੰਗਵਾਈਆਂ। ਤਾਂ ਇਹਨਾਂ ਦੇ ਸ਼ਹਿਰ ਦੇ ਵਿੱਚ ਜਿਹੜੇ ਦੂਰ ਦੇ ਰਿਸ਼ਤੇਦਾਰ ਆ, ਹੋਰ ਮੈਂ ਇਹ ਸਾਰਿਆਂ ਨੂੰ ਮਿਲਿਆ ਤਾਂ ਮੈਨੇ ਇਹ ਗੱਲ ਦੇਖੀ ਕਿ ਵੀ ਇਹ ਜਿਹੜੀ ਗੱਲ ਪ੍ਰਚਲਿਤ ਗੱਲ ਹੈ ਉਹਨਾਂ ਬਾਰੇ ਤੇ ਅਸਲੀਅਤ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਤਾਂ ਫਿਰ ਉਸ ਤੋਂ ਬਾਅਦ ਮੈंने ਪਹਿਲੀ ਇਹ ਕਿਤਾਬ ਭਾਰਤ ਦੀ ਆਜ਼ਾਦੀ ਦੀ ਸ਼ਮਾ ਦਾ ਪਰਵਾਨਾ, ਮਹਾਨ ਗਦਰੀ ਇਨਕਲਾਬੀ ਸ਼ਹੀਦ ਊਧਮ ਸਿੰਘ, ਇਹ ਕਿਤਾਬ ਮੈंने ਜਿਹੜੀ ਸੀਗੀ ਇਹ ਸਭ ਤੋਂ ਪਹਿਲਾਂ ਇਹ ਲਿਖੀ ਕਿਤਾਬ। ਫਿਰ ਮੈंने ਉਸ ਤੋਂ ਬਾਅਦ ਆਪਣਾ ਬਦਲੇ ਤੋਂ ਪਾਰ ਸਮਾਜਿਕ ਬਦਲਾਅ ਨੂੰ ਪ੍ਰਣਾਇਆ ਸੀ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ। ਥੋੜਾ ਜਿਹਾ ਰਕੇਸ਼ ਜੀ ਫਰੰਟ ਤੇ ਕਰ ਦਿਓ, ਆਪਣੀ ਛਾਤੀ ਦੇ ਸਾਹਮਣੇ ਦੂਜੇ ਪਾਸੇ ਕਰੋ ਜੀ, ਚੰਗੀ ਤਰ੍ਹਾਂ ਦੇਖ ਸਕੇ। ਥੋੜਾ ਜਿਹਾ ਹਾਂਜੀ ਸਟੇਬਲ ਕਰ ਦਿਓ, ਉੱਪਰ ਕਰੋ ਥੋੜੀ ਉੱਪਰ ਨੂੰ। ਹਾਂਜੀ ਹਾਂ ਬਿਲਕੁਲ ਠੀਕ ਹੈ ਸਰ। ਹਾਂਜੀ ਸਮਾਜਿਕ ਬਦਲਾਅ ਨੂੰ ਅਪਣਾਇਆ ਸੀ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ। ਫਿਰ ਇਹਨੇ ਇਹ ਲਿਖੀ ਕਿਤਾਬ। ਫਿਰ ਇੱਕ ਮੈंने ਨਾਟਕ ਲਿਖਿਆ ਸੀਗਾ ਇਨਕਲਾਬ 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 ਜਿਹੜਾ ਸੀਗਾ, ਠੀਕ ਹੈ ਜੀ। ਫਿਰ ਜਿਹੜੀ ਮੇਰੀ ਹੁਣ ਲੇਟੈਸਟ ਕਿਤਾਬ ਆਈ ਹੈਗੀ ਹੈ, ਜਿਹੜੀ ਪੂਰੀ ਅਪਡੇਟਡ ਹੈਗੀ ਹੈ ਕਿਤਾਬ, ਉਹ ਮੈंने ਲਿਖਿਆ ਸੀਗਾ ਕਿ ਊਧਮ ਸਿੰਘ ਹੀਰੋ ਇਨ ਦਾ ਕਾਜ਼ ਆਫ ਇੰਡੀਅਨ ਫਰੀडम। ਇਹ ਇੰਗਲਿਸ਼ ਹੈ ਜੀ? ਹਾਂਜੀ, ਇਹ ਕਿਤਾਬ ਮੇਰੀ ਇੰਗਲਿਸ਼ ਚ ਆਈ ਹੈ, ਲੇਟੈਸਟ ਕਿਤਾਬ ਹੈ। ਜਿਹੜੇ ਅਸੀਂ ਡਾਕੂਮੈਂਟ 2018 ਦੇ ਵਿੱਚ ਜਿਹੜੇ ਨੈਸ਼ਨਲ ਆਰਕਾਈਵ ਲੰਡਨ ਤੋਂ 4 ਫਾਈਲਾਂ ਮੰਗਾਈਆਂ ਸੀ, ਕਰੀਬ 800 ਪੇਜ ਹੈ।
ਇਹ ਉਹਨੂੰ ਵੀ ਸਕੂਟਨਾਈਜ਼ ਕਰਨ ਤੋਂ ਬਾਅਦ ਅਸੀਂ ਇਹ ਜਿਹੜੀ ਮੇਰੀ ਲੇਟੈਸਟ ਕਿਤਾਬ ਆਈ ਹੈ, ਕਾਫੀ ਵੱਡੀ, ਮੈਨੂੰ ਲੱਗਦਾ ਹੈ ਕਿ ਕਾਫੀ ਵੱਡੀ, ਜਿੱਦਾਂ ਐਨਸਾਈਕਲੋਪੀਡੀਆ ਹੁੰਦਾ ਪੂਰੀ ਵੱਡੀ ਕਿਤਾਬ, ਜਿਹਦੀ ਮਤਲਬ ਕਿੰਨੇ ਪੇਜ ਦੀ ਕਿਤਾਬ ਹੈ ਜੀ ਬੁੱਕ ਜਿਹੜੀ ਤੁਸੀਂ? 300 ਪੇਜ ਦੀ ਕਿਤਾਬ ਹੈ ਜੀ। 300 ਪੇਜ ਦੀ ਕਿਤਾਬ ਹੈ, ਠੀਕ ਹੈ। ਹਾਂਜੀ ਹਾਂਜੀ ਹਾਂਜੀ। ਤੇ ਇਹ ਮਤਲਬ ਕਿ ਇਹ ਹੁਣ ਜਿਹੜਾ ਕੁਝ ਮੈਂ ਕਹਾਂਗਾ ਇਹ ਸਾਰਾ ਕੁਝ ਕਿਤਾਬਾਂ 'ਚ ਆ ਚੁੱਕਿਆ, ਮਤਲਬ ਲੇਟੈਸਟ ਕਿਤਾਬ ਦੀ ਸਾਰਾ ਕੁਝ ਇੰਪੋਰਟੈਂਟ ਹੈ। ਮੈਂ ਕੋਈ ਵੀ ਕਿਤਾਬ ਜਿਹੜੀ ਗੱਲ ਕਰਾਂਗਾ ਹੁਣ ਮੈਂ ਕੋਈ ਜਵਾਨੀ ਕਲਾਮੀ ਗੱਲ ਨਹੀਂ, ਇਹ ਸਾਰਾ ਆਲਰੇਡੀ ਹੈਗਾ ਕਿਤਾਬਾਂ ਦੇ ਵਿੱਚ, ਮੈਂ ਲਿਆ ਚੁੱਕਿਆ। ਕੁਝ ਤੱਥ ਨਵੇਂ, ਕਿਉਂਕਿ ਖੋਜ ਲਗਾਤਾਰ ਚੱਲ ਰਹੀ ਹੈ, ਉਹ ਮੈਂ ਵੀ ਤੁਹਾਨੂੰ ਦੱਸਾਂਗਾ। ਕੁਝ ਨਵੇਂ ਤੱਥ ਵੀ ਨੇ ਜਿਹੜੀ ਇਹ ਕਿਤਾਬ ਦੇ ਵਿੱਚ ਹੁਣ ਸਾਨੂੰ 2-3 ਮਹੀਨਿਆਂ ਦੇ ਵਿੱਚ ਲੱਭੇ ਨੇ, ਉਹ ਵੀ ਮੈਂ ਸ਼ੇਅਰ ਕਰਾਂਗਾ। ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਇਸ਼ੂ ਆਉਂਦਾ ਕਿ ਉਹਨਾਂ ਦਾ ਜਲਿਆਂਵਾਲਾ ਬਾਗ ਦੀ ਮੌਜੂਦਗੀ ਦਾ ਸਵਾਲ ਆਉਂਦਾ ਕਿ ਉਹ ਜਲਿਆਂਵਾਲਾ ਬਾਗ 'ਚ ਮੌਜੂਦ ਸੀ ਕਿ ਨਹੀਂ ਸੀਗੇ, ਠੀਕ ਹੈ। ਉਹਦੇ ਵਿੱਚ ਕੀ ਹੈ ਵੀ 3 ਤਰ੍ਹਾਂ ਦੀਆਂ ਪ੍ਰਚਲਿਤ ਧਾਰਨਾਵਾਂ ਚੱਲਦੀਆਂ। ਪਹਿਲੇ ਤਰ੍ਹਾਂ ਦੇ ਲੇਖਕਾਂ ਦਾ ਇਹ ਗੱਲ ਕਹਿਣਾ ਹੈ ਕਿ ਵੀ ਉਹ 13 ਅਪ੍ਰੈਲ 1919 ਜਦੋਂ ਘਟਨਾ ਵਾਪਰ ਰਹੀ ਸੀਗੀ ਤਾਂ ਇਹ ਉਸ ਵੇਲੇ ਉੱਥੇ ਮੌਜੂਦ ਸੀ ਤੇ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸੀਗੇ। ਦੂਜੇ ਤਰ੍ਹਾਂ ਦੇ ਲੇਖਕਾਂ ਦਾ ਕਹਿਣਾ ਹੈ ਵੀ ਇਹ ਘਟਨਾ ਤੋਂ ਬਾਅਦ ਉੱਥੇ ਪਹੁੰਚੇ ਤੇ ਲਾਸ਼ਾਂ ਸੰਭਾਲਣ ਦੇ ਵਿੱਚ ਇਹਨਾਂ ਨੇ 13 ਤੇ 14 ਤਰੀਕ ਨੂੰ ਉੱਥੇ ਮਦਦ ਕੀਤੀ। ਤੀਜੀ ਤਰ੍ਹਾਂ ਦੇ ਲੇਖ ਇਹ ਵੀ ਇਹ ਕਹਿਣ ਵਾਲੇ ਵੀ ਉਹ ਭਾਰਤ 'ਚ ਮੌਜੂਦ ਨਹੀਂ ਸੀ। ਲੇਕਿਨ ਕੀ ਹੈ ਕਿ ਜਿਹੜਾ ਬ੍ਰਿਟਿਸ਼ ਰਿਕਾਰਡ ਮੁਤਾਬਕ ਊਧਮ ਸਿੰਘ ਜਲਿਆਂਵਾਲਾ ਬਾਗ ਦੇ ਵਿੱਚ ਮੌਜੂਦ ਨਹੀਂ ਸੀਗਾ, ਕਿਉਂਕਿ ਬ੍ਰਿਟਿਸ਼ ਸਰਕਾਰ ਵੱਲੋਂ ਮੈਂ ਇੱਕ ਗੱਲ ਬਹੁਤ ਸਾਫ਼ ਦੱਸ ਦਵਾਂ, ਜਿਹੜੀ ਇਹ ਗੱਲਾਂ ਪ੍ਰਚਲਿਤ ਹੈ ਕਿ ਊਧਮ ਸਿੰਘ ਨੂੰ ਜਦੋਂ 5 ਜੂਨ 1940 ਨੂੰ ਬ੍ਰਿਟਿਸ਼ ਸਰਕਾਰ ਨੇ ਲੰਡਨ, ਮਤਲਬ ਜਦੋਂ ਜੱਜ ਨੇ ਕੋਰਟ ਦੇ ਮਤਲਬ ਇਹਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ, ਤਾਂ ਉਸ ਵੇਲੇ ਜੱਜ ਨੇ ਇਹਦੇ ਸੰਬੰਧੀ ਸਾਰੇ ਡਾਕੂਮੈਂਟਾਂ ਤੇ ਪਾਬੰਦੀ ਲਾ ਦਿੱਤੀ ਸੀ। ਇਹ ਡਾਕੂਮੈਂਟ ਤੇ ਪਾਬੰਦੀ ਚੱਲਦੀ 2040 ਤੱਕ ਲੱਗੀ ਹੋਈ ਹੈ ਪਾਬੰਦੀ ਕਿ ਊਧਮ ਸਿੰਘ ਸੰਬੰਧੀ ਕੋਈ ਵੀ ਜਿਹੜਾ ਡਾਕੂਮੈਂਟ ਹੈ ਉਹ ਬਾਹਰ ਨਹੀਂ ਆਏਗਾ। ਲੇਕਿਨ ਜਿਹੜੇ ਸਾਡੇ ਇੰਡੀਅਨ ਵਰਕਰ ਐਸੋਸੀਏਸ਼ਨ ਵਾਲੇ ਹੈ, ਜਿਹੜੇ ਇੰਗਲੈਂਡ 'ਚ ਰਹਿੰਦੇ, ਇਹਨਾਂ ਨੇ ਉੱਥੇ ਦੇ ਪ੍ਰਸ਼ਾਸਨ ਨਾਲ ਗੱਲ ਕਰਕੇ MP ਥਰੂ ਗੱਲ ਕਰਕੇ 5 ਫਾਈਲਾਂ ਇਹਨਾਂ ਨੂੰ 1997 ਦੇ ਵਿੱਚ ਉਦੋਂ ਬ੍ਰਿਟਿਸ਼ ਨੇ ਰਿਲੀਜ਼ ਕੀਤੀਆਂ ਸੀ। ਉਦੋਂ ਬਹੁਤ ਕੁਝ ਨਵਾਂ ਸਾਨੂੰ ਪਤਾ ਲੱਗਿਆ ਸੀ ਇਹਨਾਂ ਦੀ ਜ਼ਿੰਦਗੀ ਬਾਰੇ। ਉਸ ਤੋਂ ਬਾਅਦ ਜਿਹੜੀਆਂ ਹੁਣ ਫੇਰ 2016 ਤੱਕ ਕਲੋਜ਼ਡ ਫਾਈਲਾਂ ਸੀ, ਜਿਹੜੀਆਂ ਅਸੀਂ 17-18 ਦੇ ਵਿੱਚ ਮਤਲਬ ਰਿਲੀਜ਼ ਕਰਨ 'ਚ ਕਾਮਯਾਬ ਹੋਏ, ਇਹ ਤਾਂ ਕੁਝ ਹੋਰ ਗੱਲਾਂ ਦਾ ਵੀ ਸਾਨੂੰ ਹੋਰ ਪਤਾ ਲੱਗਿਆ ਹੈਗਾ, ਠੀਕ ਹੈ। ਇਸ ਕਰਕੇ ਮੈਂ ਪਹਿਲਾ ਤੱਥ ਇਹ ਦੱਸ ਦਵਾਂ, ਜਿਹੜਾ ਪਹਿਲਾ ਤੱਥ ਹੈਗਾ ਬ੍ਰਿਟਿਸ਼ ਰਿਕਾਰਡ ਮੁਤਾਬਕ ਉਹ ਇਹ ਹੈ ਕਿ ਜਿਹੜੀ 13 ਮਾਰਚ 1940 ਦੀ ਲੰਡਨ ਦੇ ਕੈਨਨ ਪੁਲਿਸ ਸਟੇਸ਼ਨ ਦੀ ਰਿਪੋਰਟ ਮੁਤਾਬਕ ਉਹ ਜੂਨ 1919 ਚ ਭਾਰਤ ਵਾਪਸ ਆਇਆ ਸੀ। ਦੂਜਾ ਤੱਥ ਇਹ ਕਿ ਜਿਹੜਾ 5 ਜੂਨ 1940 ਨੂੰ ਜਦੋਂ ਇਹਨਾਂ ਦਾ ਟ੍ਰਾਇਲ ਚੱਲਿਆ ਸੀ 4 ਜੂਨ ਤੇ 5 ਜੂਨ ਨੂੰ, 4 ਜੂਨ ਨੂੰ ਸਾਰੇ ਗਵਾਹ ਭੁਗਤਾਏ ਸੀ, 5 ਜੂਨ ਨੂੰ ਵੀ ਇਹਨਾਂ ਦਾ ਮਤਲਬ ਕਿ ਜਿਹੜਾ ਇਹਨਾਂ ਦੀ ਗਵਾਹੀ ਵਗੈਰਾ ਹੋਈ ਸੀ, ਕਾਫੀ ਸਵਾਲ ਜੋ ਆਏ ਸੀ। ਉਦੋਂ ਇਹਨਾਂ ਨੇ ਕਿਹਾ ਸੀ ਕਿ ਜਦੋਂ ਇਹ ਗੋਲੀਆਂ ਚੱਲੀਆਂ ਸੀਗੀਆਂ 1919 ਦੇ ਵਿੱਚ ਅੰਮ੍ਰਿਤਸਰ 'ਚ, ਉਦੋਂ ਮੈਂ ਭਾਰਤ ਵਿੱਚ ਨਹੀਂ ਸੀ, ਮੈਂ ਪੂਰਬੀ ਅਫਰੀਕਾ ਦੇ ਵਿੱਚ ਸੀ, ਠੀਕ ਹੈ ਜੀ। ਤੀਜੀ ਗੱਲ ਕਿ ਇੱਕ ਸਾਨੂੰ ਫਾਈਲ ਜਿਹੜੀ ਹੈਗੀ ਹੈ, ਮਤਲਬ ਇੱਕ ਕੀ ਹੈ ਕਿ ਉਸ ਵੇਲੇ ਇੱਕ ਜਸੂਸ ਸੀਗੇ ਜਿਹੜੇ ਲਗਾਤਾਰ ਜਿਹੜੇ ਬ੍ਰਿਟਿਸ਼ ਊਧਮ ਸਿੰਘ ਦੇ ਨਾਲ ਇਨ ਟੱਚ ਸੀ, ਉਹ ਲਗਾਤਾਰ ਪੁੱਛਦੇ ਰਹਿੰਦੇ ਸੀ, ਗੱਲਾਂ ਜਾਣਨਾ ਚਾਹੁੰਦੇ ਸੀ ਵੱਧ ਤੋਂ ਵੱਧ ਉਹਦੀ ਜ਼ਿੰਦਗੀ ਬਾਰੇ, ਉਹਦੀ ਮਤਲਬ ਬੈਕਗਰਾਉਂਡ ਬਾਰੇ ਗੱਲਾਂ। ਉਹਨਾਂ ਨੂੰ ਇੱਕ ਕਿਤੇ ਊਧਮ ਸਿੰਘ ਨੇ ਇਹ ਗੱਲ ਕਹੀ ਸੀ ਕਿ ਵੀ ਮੈਨੂੰ ਵੀ ਜਦੋਂ ਮੇਰੇ ਭੈਣ ਭਾਈ ਅੰਮ੍ਰਿਤਸਰ ਤੇ ਗੋਲੀਬਾਰੀ 'ਚ ਮਾਰੇ ਗਏ, ਮਤਲਬ ਇਸ ਤਰ੍ਹਾਂ ਦੀ ਗੱਲ ਕੋਈ ਕਹੀ ਸੀ। ਉਹਦੀ ਤਹਿਕੀਕਾਤ ਵਾਸਤੇ ਇੱਕ ਸਾਨੂੰ ਸੀਕ੍ਰੇਟ ਫਾਈਲ ਨੈਸ਼ਨਲ ਆਰਕਾਈਵ ਦਿੱਲੀ ਤੋਂ ਮਿਲੀ ਹੈ। ਇਹਦਾ ਫਾਈਲ ਦਾ ਨੰਬਰ ਹੈ 77/1940 ਹੈ। ਇਹ ਹੂਬਹੂ ਜ਼ੈਰੋਕਸ ਕਾਪੀ ਹੈ ਨੈਸ਼ਨਲ ਆਰਕਾਈਵ ਲੰਡਨ ਦੇ ਵਿੱਚ, ਉੱਥੋਂ ਮੈਂ ਲਿੱਤੀ, ਕਲੈਕਟ ਕੀਤੀ ਹੈ। ਇਹਦੇ ਵਿੱਚ ਕੀ ਹੈ ਕਿ 16 ਜੂਨ 1940 ਨੂੰ ਇੱਕ ਟੈਲੀਗ੍ਰਾਮ ਉਧਰੋਂ ਬ੍ਰਿਟਿਸ਼ ਗਵਰਨਮੈਂਟ ਨੇ ਇੰਡੀਅਨ ਜਿਹੜੇ ਉਹਨਾਂ ਦੇ ਬੰਦੇ ਆ ਵਾਇਸਰੋਏ ਵਗੈਰਾ ਉਹਨਾਂ ਨੂੰ ਭੇਜੀ ਸੀਗੀ ਕਿ ਸਾਨੂੰ ਇਹ ਊਧਮ ਸਿੰਘ ਨੇ ਬਿਆਨ ਦਿੱਤਾ ਹੈ ਕਿ ਵੀ ਮੇਰੇ ਭੈਣ ਭਰਾ 1919 ਚ ਮਾਰੇ ਗਏ ਸੀ ਤਾਂ ਮੈਂ ਉਸ ਵੇਲੇ ਅੰਮ੍ਰਿਤਸਰ ਸੀਗਾ। ਤਾਂ ਇਹਦੇ ਵਿੱਚ ਕੀ ਹੈ ਵੀ 20 ਜੂਨ ਨੂੰ ਇਹਨਾਂ ਨੇ ਰਿਟਰਨ ਟੈਲੀਗ੍ਰਾਮ ਦਾ ਮੈਸੇਜ ਭੇਜਿਆ ਹੈਗਾ, ਬਹੁਤ ਕਲੀਅਰ ਕੱਟ ਮੈਸੇਜ ਭੇਜਿਆ ਇਹਨਾਂ ਨੇ ਰਿਟਰਨ ਟੈਲੀਗ੍ਰਾਮ ਦੇ ਵਿੱਚ। ਚਲੋ ਪੂਰਾ ਪੜ੍ਹ ਨਹੀਂ ਹੋ ਪਾ ਰਿਹਾ ਹੈਗਾ, ਲੇਕਿਨ ਫਾਈਲ ਦੇ ਵਿੱਚ ਉਹਦੇ ਵਿੱਚ ਕਲੀਅਰ ਕੱਟ ਉਹਨਾਂ ਨੇ ਲਿਖ ਕੇ ਭੇਜਿਆ ਹੈ ਕਿ ਵੀ ਜਿਹੜਾ ਵੀ ਅਸੀਂ ਤਹਿਕੀਕਾਤ, ਸੁਨਾਮ ਵੀ ਤਹਿਕੀਕਾਤ ਕਰ ਲਈ, ਅੰਮ੍ਰਿਤਸਰ ਵੀ ਤਹਿਕੀਕਾਤ ਕਰ ਲਈ, ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਕਿ ਇਹਦਾ ਕੋਈ ਭੈਣ ਭਾਈ ਉੱਥੇ ਮਾਰਿਆ ਗਿਆ ਹੋਵੇ ਜਾਂ ਇਹ ਆਪ ਉੱਥੇ ਮੌਜੂਦ ਹੋਵੇ। ਉਸ ਤੋਂ ਕਹਾ ਜਿਹੜੀ ਦੂਜਾ ਪੁਆਇੰਟ ਇਸ਼ੂ ਆਉਂਦਾ ਹੈਗਾ ਕਿ ਜਲਿਆਂਵਾਲਾ ਬਾਗ ਲਈ ਦੋਸ਼ੀ ਕੌਣ ਹੈ। ਬਹੁਤ 13 ਅਪ੍ਰੈਲ 1919 ਨੂੰ ਜਦੋਂ ਗੋਲੀ ਚੱਲੀ ਸੀਗੀ ਉਹਦੇ ਵਿੱਚ ਕੀ ਹੈ ਵੀ ਇਹ ਜਿਹੜੀ ਸਜ਼ਾ ਸੀ ਸਾਰੀ ਡਾਇਰ ਨੂੰ ਹੋਈ ਹੈ, ਮਾਈਕਲ ਐਡਵਾਇਰ ਨੂੰ ਕੋਈ ਸਜ਼ਾ ਨਹੀਂ ਹੋਈ। ਡਾਇਰ ਕੌਣ ਸੀ, ਮਾਈਕਲ ਐਡਵਾਇਰ ਕੌਣ ਸੀ, ਆਪਸ ਵਿੱਚ ਲੋਕਾਂ ਨੂੰ ਭੁਲੇਖਾ ਰਹਿੰਦਾ। ਇਹ ਮੈਂ ਗੱਲ ਦੱਸ ਦਵਾਂ, ਜਿਹੜਾ ਡਾਇਰ ਸੀ ਫੌਜ ਦਾ ਬ੍ਰਿਗੇਡੀਅਰ ਜਨਰਲ ਸੀਗਾ, ਜਿਹੜਾ ਐਡਵਾਇਰ ਸੀਗਾ ਉਹ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀਗਾ। ਇਹਦਾ ਹੈੱਡਕੁਆਰਟਰ ਉਸ ਵੇਲੇ ਲਾਹੌਰ ਦੇ ਵਿੱਚ ਸੀਗਾ। ਤੇ ਅੱਛਾ, ਉਹਦੇ ਵਿੱਚ ਕੀ ਹੈ ਕਿ ਮੈਂ ਤੁਹਾਨੂੰ ਦੱਸਦਾ ਵੀ ਇਹ ਸਾਰੀ ਘਟਨਾ ਦੇ ਸੰਬੰਧ ਦੇ ਵਿੱਚ ਇੱਕ ਕਿਤਾਬ ਐਡਵਾਇਰ ਨੇ ਇੱਕ ਕਿਤਾਬ ਲਿਖੀ ਹੋਈ ਹੈ, ਉਹਦਾ ਨਾਂ ਇੰਡੀਆ ਐਜ਼ ਏ ਯੂਨਿਟ। ਇਹ 1925 ਦੇ ਵਿੱਚ ਇਹ ਕਿਤਾਬ ਲਿਖੀ ਹੈ। ਇਹਦੇ ਜਿਹੜਾ ਪੰਨੇ ਨੰਬਰ 3, ਇਹਦੇ ਪੰਨੇ ਦੇ 283 ਦੇ ਉੱਤੇ
ਡਾਇਰ ਦੇ ਐਕਸ਼ਨ ਸੰਬੰਧੀ ਵੀ ਉਹਨੇ ਜ਼ਿਕਰ ਕੀਤਾ ਪੂਰਾ ਇਸ ਕਿਤਾਬ ਦੇ ਵਿੱਚ, ਜਿਹੜੀ 1925 ਦੇ ਵਿੱਚ ਲਿਖੀ ਗਈ ਹੈ। ਠੀਕ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ, ਇਹਦੇ ਵਿੱਚ ਕਿਹਾ ਇਹਦੇ ਵਿੱਚ ਆਪਣੀ ਕਿਤਾਬ ਦੇ ਵਿੱਚ ਕਿ ਮੈਨੂੰ ਫੌਜ ਤੇ ਬਾਗੀਆਂ ਦੇ ਦਰਮਿਆਨ ਝੜਪ ਦੀਆਂ ਖਬਰਾਂ, ਮੈਂ ਵਿੱਚ ਗੱਲ ਹੋਰ ਜ਼ਰੂਰ ਦੱਸਦਾ ਕਿ 11 DC ਅੰਮ੍ਰਿਤਸਰ ਨੇ ਇਹ ਅਨਾਉਂਸਮੈਂਟ ਕੀਤੀ ਸੀ ਕਿ 11 ਅਪ੍ਰੈਲ 1919 ਨੂੰ ਜਿਹੜਾ ਅੰਮ੍ਰਿਤਸਰ ਸ਼ਹਿਰ ਸੀਗਾ ਉਹ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਸੀ ਜੀ। ਤੇ ਅੱਛਾ, ਇਹਦੀ ਕਿਤਾਬ ਦੇ ਵਿੱਚ ਉਹਨਾਂ ਨੇ ਇਸ ਘਟਨਾ ਬਾਰੇ ਪੂਰਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਬਾਗੀਆਂ ਤੇ ਫੌਜ ਦਰਮਿਆਨ ਮੈਨੂੰ ਘਟਨਾ ਦਾ ਸ਼ਾਮ ਨੂੰ ਪਤਾ ਲੱਗ ਗਿਆ ਸੀ ਝੜਪ ਦਾ, ਪਰ ਆਫੀਸ਼ੀਅਲੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਦੇ 2 ਬੰਦਿਆਂ ਰਾਹੀਂ ਮੈਨੂੰ ਜਿਹੜੀ ਪੂਰੀ ਇਨਫੋਰਮੇਸ਼ਨ ਹੈਗੀ ਹੈ ਉਹ 14 ਤਰੀਕ ਨੂੰ ਸਵੇਰੇ 3 ਵਜੇ ਆਈ। ਉਸੇ ਵੇਲੇ ਮੈਂ ਜਿਹੜੀ ਹੈ ਭਾਰਤ ਸਰਕਾਰ ਨੂੰ ਇਨਫੋਰਮੇਸ਼ਨ ਭੇਜਤੀ। ਡਾਇਰ ਨੇ ਜਿਹੜੀ ਇਹ ਘਟਨਾ ਦੀ ਰਿਪੋਰਟ ਸੀਗੀ, ਇਹ ਸਾਰੀ ਰਿਪੋਰਟ ਆਪਣਾ ਜਿਹੜਾ ਬੌਸ ਸੀ, ਉਹਦਾ ਬੌਸ ਜਨਰਲ ਬੈਨੌਨ, ਇਹ ਵੀ ਉਹਦਾ ਵੀ ਹੈੱਡਕੁਆਰਟਰ ਲਾਹੌਰ ਦੇ ਵਿੱਚ ਸੀ, ਉਹਨੂੰ ਭੇਜੀ। ਜਨਰਲ ਬੈਨੌਨ ਨੇ ਮੈਨੂੰ ਕਿਹਾ ਕਿ ਮੈਂ ਡਾਇਰ ਦੀ ਕਾਰਵਾਈ ਦੀ ਪ੍ਰੋੜਤਾ ਕਰਦਾ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਕਹਿੰਦਾ ਪਹਿਲਾਂ ਮੈਂ ਝਿਜਕਿਆ, ਫਿਰ ਮੈਂ ਸਾਰੇ ਕੁਝ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਕਿਹਾ ਵੀ ਠੀਕ ਹੈ, ਮੈਂ ਇਹਦੀ ਪ੍ਰੋੜਤਾ ਕਰਦਾ। ਉਹੀ ਸੁਨੇਹਾ ਜਿਹੜਾ ਸੀ ਜਨਰਲ ਬੈਨੌਨ ਨੇ ਲੈਫਟੀਨੈਂਟ ਮਤਲਬ ਕਿ ਇਹਨੂੰ ਡਾਇਰ ਨੂੰ ਭੇਜਿਆ ਕਿ ਲੈਫਟੀਨੈਂਟ ਕਰਨਲ ਤੁਹਾਡੀ ਗੱਲ ਦੀ ਪ੍ਰੋੜਤਾ ਕਰਦਾ। ਇਹਦੇ ਵਿੱਚ ਇਹ ਪੂਰੀ ਗੱਲ ਲਿਖੀ ਹੋਈ ਹੈ, ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ। ਰਕੇਸ਼ ਜੀ 1 ਸੈਕਿੰਡ ਮੈਂ ਥੋੜਾ ਜਿਹਾ 1 ਮਿੰਟ ਰੋਕਣਾ ਚਾਹੁੰਦਾ, ਸ਼ਾਇਦ ਮੈਂ ਸੁਣਨ 'ਚ ਗਲਤੀ ਕੀਤੀ ਹੈ ਜਾਂ ਕਿੱਦਾਂ। ਤੁਸੀਂ ਕਿਹਾ ਕਿ 19 ਤਰੀਕ ਦੀ ਘਟਨਾ ਸੀ ਤੇ ਖਬਰ ਮਿਲੀ ਅਡਵਾਇਰ ਨੂੰ ਗਵਰਨਰ ਨੂੰ 14 ਦੀ ਥਾਂ 24 ਤੇ 13 ਅਪ੍ਰੈਲ ਦੀ 13 ਅਪ੍ਰੈਲ ਦੀ ਘਟਨਾ। ਹਾਂਜੀ 13 ਅਪ੍ਰੈਲ ਦੀ ਘਟਨਾ 3 ਵਜੇ ਮਿਲੀ ਜੀ। ਅੱਛਾ ਜੀ, 14 ਤਰੀਕ ਨੂੰ ਸਵੇਰੇ 3 ਵਜੇ ਡਿਪਟੀ ਕਮਿਸ਼ਨਰ ਦੋ ਬੰਦੇ ਨੈਕਸਟ ਡੇ ਹੀ ਮਿਲ ਗਈ ਉਹਨਾਂ ਨੂੰ, ਫਿਰ ਨੈਕਸਟ ਡੇ ਡਿਟੇਲ ਰਿਪੋਰਟ। ਹਾਂਜੀ, ਅਰਲੀ ਮਾਰਨਿੰਗ ਸ਼ਾਮ ਨੂੰ ਘਟਨਾ ਵਾਪਰੀ। ਅਰਲੀ ਮਾਰਨਿੰਗ ਸਪੈਸ਼ਲ 2 ਬੰਦੇ ਜਿਹੜੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਭੇਜੇ ਸੀ, ਇਹਦੇ ਵਿੱਚ ਜ਼ਿਕਰ ਹੈ ਉਸ ਗੱਲ ਦਾ। ਅੱਛਾ, ਇੱਕ ਥੋੜਾ ਜਿਹਾ ਮੈਂ ਹੋਰ ਕਲੀਅਰ ਕਰ ਲਾਂ ਜਿਹੜੇ ਸਾਡੇ ਭੁਲੇਖੇ ਆ ਕਿ ਜਦੋਂ ਗਵਰਨਰ ਨੂੰ ਮਾਰਿਆ ਜਾ ਕੇ ਉਡਵਾਇਰ ਨੂੰ, ਲੋਕਾਂ ਨੂੰ ਕਈਆਂ ਜਿੱਦਾਂ ਤੁਸੀਂ ਸ਼ੁਰੂ 'ਚ ਕਿਹਾ ਕਿ ਡਾਇਰ ਤੇ ਉਡਵਾਇਰ ਦਾ ਭੁਲੇਖਾ ਪੈਂਦਾ, ਤੇ ਇਹਦੇ 'ਚ ਕੋਈ ਉਹਨਾਂ ਨੇ ਤਸਲੀਮ ਕੀਤਾ ਕਿ ਉਡਵਾਇਰ ਦੇ ਆਰਡਰ ਦੇ ਤਹਿਤ ਮਾਰਿਆ ਗਿਆ? ਕਿਉਂਕਿ ਹੁਣ ਵੀ ਜਦੋਂ ਚਰਚਾ ਚੱਲਦੀਆਂ ਨੇ, ਈਵਨ ਦੋ ਜਿਹੜੀਆਂ ਹੁਣ ਘਟਨਾਵਾਂ ਸਾਡੇ ਇੱਥੇ ਹੋਈਆਂ ਨੇ, ਕੋਈ ਹੁਣ ਮੈਂ ਜੋੜਦਾ ਨਹੀਂ, ਬੇਅਦਬੀ ਵਾਲੀਆਂ ਘਟਨਾਵਾਂ ਦੀ ਗੱਲ ਹੈ, ਤੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਹਦੇ ਲਈ ਦੋਸ਼ੀ ਜਿਹੜਾ ਹੈ ਉਹ ਮੇਨ ਐਡਮਿਨਿਸਟ੍ਰੇਟਰ ਹੁੰਦਾ, ਯਾਨੀ ਕਿ CM। ਸੋ ਇਸ ਕਰਕੇ ਉਹਨਾਂ ਬਦਲਾ ਲਿਆ ਉਡਵਾਇਰ ਦੇ ਕੋਲੋਂ ਜਾ ਕੇ, ਕਿਉਂਕਿ ਉਹ ਗਵਰਨਰ ਸੀ ਤੇ ਉਹਦੇ ਆਰਡਰਾਂ ਨਾਲ ਹੀ ਡਾਇਰ ਨੇ ਸਾਰਾ ਕੰਮ ਕੀਤਾ ਸੀਗਾ। ਇਸ ਤਰ੍ਹਾਂ ਦੀ ਕੋਈ ਚੀਜ਼ ਤੁਹਾਡੇ ਸਾਹਮਣੇ ਆਈ? ਨਹੀਂ, ਮੈਂ ਤੁਹਾਨੂੰ ਅੱਗੇ ਜਦੋਂ ਆਪਣੀ ਗੱਲ ਰੱਖਾਂਗਾ ਸ਼ਾਇਦ ਤੁਹਾਨੂੰ ਸਾਰੇ ਜਵਾਬ ਕਲੀਅਰ ਹੋ ਜਾਣਗੇ। ਇਹਦੇ ਵਿੱਚ ਬਹੁਤ ਕਲੀਅਰ ਕੱਟ ਗੱਲ ਹੈ ਕਿ ਉਡਵਾਇਰ ਨੇ, ਉਹ ਮੈਂ ਤੁਹਾਨੂੰ ਅੱਗੇ ਵੀ ਦੱਸਾਂਗਾ, ਸ਼ਾਇਦ ਤੁਹਾਨੂੰ ਗੱਲ ਹੋਰ ਕਲੀਅਰ ਹੋ ਜੂਗੀ ਇਸ ਗੱਲ ਬਾਰੇ ਜਦੋਂ ਮੈਂ ਆਪਣੀ ਗੱਲ ਪੂਰੀ ਰੱਖਾਂਗਾ ਨਾ, ਫਿਰ ਤੁਹਾਨੂੰ ਗੱਲ ਇਹ ਸਾਰੇ ਸਵਾਲ ਤੁਹਾਡੇ ਕਲੀਅਰ ਹੋ ਜਾਣਗੇ। ਫਿਰ ਵੀ ਸਵਾਲ ਆ, ਤੁਸੀਂ ਗੱਲ ਪੁੱਛੋ। ਉਹਦੇ ਵਿੱਚ ਕੀ ਸੀਗਾ ਕਿ ਇਸ ਤੋਂ ਘਟਨਾ ਤੋਂ ਬਾਅਦ, ਇਹ ਜਿਹੜੀ ਜਲਿਆਂਵਾਲੇ ਘਟਨਾ ਤੋਂ ਬਾਅਦ ਹੰਟਰ ਕਮਿਸ਼ਨ ਬੈਠਿਆ। ਹੰਟਰ ਕਮਿਸ਼ਨ ਨੇ ਤਹਿਕੀਕਾਤ ਕਰਨ ਤੋਂ ਬਾਅਦ ਡਾਇਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਇਹਨੂੰ ਨੌਕਰੀ ਤੋਂ ਰਿਟਾਇਰ ਕਰਨ ਦਾ ਫੈਸਲਾ ਦਿੱਤਾ। ਉਸ ਤੋਂ ਬਾਅਦ ਆਰਮੀ ਕੌਂਸਲ ਬੈਠੀ। ਆਰਮੀ ਕੌਂਸਲ ਨੇ ਵੀ ਡਾਇਰ ਨੂੰ ਦੋਸ਼ੀ ਠਹਿਰਾਇਆ। ਉਹਨੇ ਵੀ ਕਿਹਾ ਵੀ ਇਹਨੂੰ ਫੌਜੀ ਕਮਾਂਡ ਤੋਂ ਹਟਾ ਦਿੱਤਾ ਜਾਵੇ, ਕਿਤੇ ਨੌਕਰੀ ਨਾ ਦਿੱਤੀ ਜਾਵੇ ਤੇ ਇਹਦੀ ਤਨਖਾਹ ਕਰ ਦਿੱਤੀ ਜਾਵੇ। ਤੇ ਇਹ 63 ਵਰ੍ਹਿਆਂ ਦੀ ਉਮਰ ਦੇ ਵਿੱਚ 23 ਜੁਲਾਈ 1927 ਨੂੰ ਬਿਮਾਰ ਹੋ ਕੇ ਜਿਹੜਾ ਡਾਇਰ ਸੀ ਮਰ ਗਿਆ। ਮੇਰਾ ਕਹਿਣ ਦਾ ਮਤਲਬ ਬਹੁਤ ਕਲੀਅਰ ਕੱਟ ਡਾਕੂਮੈਂਟ ਦੇ ਵਿੱਚ ਹੈ ਇਸ ਗੱਲ ਬਾਰੇ ਕਿ ਉਡਵਾਇਰ ਨੂੰ ਤਾਂ 14 ਤਰੀਕ ਨੂੰ ਆਫੀਸ਼ੀਅਲੀ ਪਤਾ ਲੱਗੇ। ਹੰਟਰ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਵੀ, ਜਿਹੜੀ ਹੰਟਰ ਕਮਿਸ਼ਨ ਨੇ ਸਵਾਲ ਜਵਾਬ ਪੁੱਛੇ ਹੋਏ ਆ, ਉਹਦੇ ਵਿੱਚ ਵੀ ਬਹੁਤ ਕਲੀਅਰ ਕੱਟ ਗੱਲ ਹੈ। ਉਹਨੇ ਪੂਰੇ ਸਵਾਲ, ਮੈਂ ਇੱਕ ਦੋ ਉਹਦੇ ਵਿੱਚ ਜਿਹੜੀ ਵਾਰਤਾਲਾਪ ਹੋਈ ਸੀ ਉਹਦੇ ਮੈਂ ਦੱਸਦਾ ਹੈਗਾ। ਜਦੋਂ ਕਮਿਸ਼ਨ ਨੇ ਹੰਟਰ ਨੂੰ ਉਹਨੂੰ ਪੁੱਛਿਆ, ਡਾਇਰ ਨੂੰ ਪੁੱਛਿਆ, ਮਤਲਬ ਕਿ ਵੀ ਤੂੰ ਮਤਲਬ ਕੁਝ ਸਵਾਲ ਜਵਾਬ ਪੁੱਛੇ ਸੀਗੇ ਇਸ ਸੰਬੰਧੀ ਮਤਲਬ ਘਟਨਾ ਬਾਰੇ, ਤਾਂ ਉਹਨੇ ਕਿਹਾ ਸੀਗਾ ਡਾਇਰ ਨੇ, ਮੈਂ ਜਾਂਦੇ ਗੋਲੀ ਚਲਾ ਦਿੱਤੀ, ਮੈਨੂੰ ਇਹ ਫੈਸਲਾ ਕਰਨ 'ਚ ਕੀ ਕਰਨਾ ਕੇਵਲ 30 ਸਕਿੰਟ ਲੱਗੇ। ਉਸ ਵਕਤ ਇਹ ਨਹੀਂ ਸੋਚਿਆ ਕਿ ਗੋਲੀ ਚਲਾਉਣ ਤੋਂ ਪਹਿਲਾਂ ਲੋਕਾਂ ਦੇ ਖਿੰਡ ਜਾਣ ਨੂੰ ਕਹਾ। ਮੈਂ ਮਹਿਸੂਸ ਕੀਤਾ ਕਿ ਮੇਰਾ ਹੁਕਮ ਨਾ ਮੰਨਿਆ ਤੇ ਮਾਰਸ਼ਲ ਲਾਅ ਦੀ ਉਲੰਘਣਾ ਹੋਏਗੀ। ਜਦੋਂ ਇਹਨੂੰ ਫੇਰ ਪੁੱਛਿਆ ਗਿਆ ਕਿ ਵੀ ਮਾਰਸ਼ਲ ਲਾਅ ਹਲੇ ਨਹੀਂ ਲੱਗਿਆ ਸੀਗਾ, ਤੂੰ ਕਿਉਂ ਨਹੀਂ ਜ਼ਰੂਰੀ ਸਮਝਿਆ ਵੀ ਸ਼ਹਿਰ ਦੇ ਵਿੱਚ ਡਿਪਟੀ ਕਮਿਸ਼ਨਰ ਅਮਨ ਲਈ ਜ਼ਿੰਮੇਵਾਰ ਹੁੰਦਾ ਵੀ ਉਹਦੀ ਸਲਾਹ ਲਈ ਜਾਵੇ? ਤਾਂ ਡਾਇਰ ਨੇ ਕਿਹਾ ਸੀ ਉਸ ਸਮੇਂ ਸਲਾਹ ਲਈ ਕੋਈ ਡਿਪਟੀ ਕਮਿਸ਼ਨਰ ਨਹੀਂ ਸੀ, ਕਿਸੇ ਨਾਲ ਸਲਾਹ ਕਰਨਾ ਸਿਆਣੀ ਗੱਲ ਨਹੀਂ ਸੀ। ਬਹੁਤ ਕਲੀਅਰ ਕੱਟ ਸ਼ਬਦਾਂ ਵਿੱਚ ਹੰਟਰ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਬਹੁਤ ਸਪਸ਼ਟ ਹੈ। ਡਾਇਰ ਨੇ ਖੁਦ ਇਸ ਗੱਲ ਦੀ ਜ਼ਿੰਮੇਵਾਰੀ ਲਿੱਤੀ ਹੈ ਵੀ ਸਾਰਾ ਕੁਝ ਮੈਂ ਕੀਤਾ, ਵੀ ਸਾਰੀ ਮਤਲਬ ਮੈਂ ਕੋਈ ਡਿਪਟੀ ਕਮਿਸ਼ਨਰ ਤੋਂ ਨਹੀਂ ਪੁੱਛਿਆ, ਹੋਰ ਕਿਸੇ ਨੇ ਮੈਨੂੰ ਕੋਈ ਆਰਡਰ ਨਹੀਂ ਕੀਤੇ, ਇਹ ਸਾਰਾ ਮੈਂ ਹੀ ਕੀਤਾ ਹੈਗਾ। ਇਹ ਉਡਵਾਇਰ ਦੀ ਕਿਤਾਬ ਦੇ ਵਿੱਚ ਵੀ ਜ਼ਿਕਰ ਹੈ ਇਸ ਗੱਲ ਦਾ ਕਿ ਵੀ ਮੈਨੂੰ ਜਿਹੜਾ ਹੈਗਾ ਵੀ ਮੈਨੂੰ ਜਿਹੜੀ ਰਿਪੋਰਟ ਹੈ ਸਵੇਰੇ ਮਿਲੀ ਇਸ ਗੱਲ ਬਾਰੇ। ਇਹ ਬਹੁਤ ਸਪਸ਼ਟ ਹੈ ਇਸ ਗੱਲ ਬਾਰੇ, ਇਹ ਡਾਕੂਮੈਂਟ ਅਵੇਲੇਬਲ ਹੈ ਸਾਰੇ ਇਸ ਗੱਲ ਦੇ। ਬਹੁਤ ਅਜੀਬ ਲੱਗੇਗਾ ਤੁਹਾਨੂੰ ਸੁਣਨ ਲੱਗੇ। ਬਿਲਕੁਲ। ਅੱਛਾ ਸਰ, ਮੇਰੇ ਜੇਨ 'ਚ ਇੱਕ ਕੁਐਸਚਨ ਆ ਰਿਹਾ, ਜੇ ਕਹੋ ਤਾਂ ਮੈਂ ਹੁਣ ਪੁੱਛ ਲਾਂ ਤੁਹਾਨੂੰ ਰੋਕ ਕੇ, ਜਾਂ ਫਿਰ ਬਾਅਦ 'ਚ ਆਪਾਂ ਗੱਲ ਕਰ ਲਈਏ ਇਹਦੇ ਬਾਰੇ, ਮੈਂ ਭੁੱਲ ਨਾ ਜਾਵਾਂ। ਮੈਂ ਕੁਝ ਸਾਡੇ ਦੋਸਤਾਂ ਨੇ ਇੱਥੇ ਬੁੱਕਸ ਜਿਹੜੀਆਂ ਨੇ ਜਲਿਆਂਵਾਲੇ ਬਾਗ ਦੇ ਜਦੋਂ ਸ਼ਤਾਬਦੀ ਮਨਾਈ ਆ ਉੱਤੇ ਆਈਆਂ ਨੇ, ਤੇ ਉਹਦੇ ਵਿੱਚ ਮੈਂ ਕਿਤੇ ਪੜ੍ਹਿਆ ਆ
ਕਿ ਇੱਕ ਹੰਸ ਰਾਜ ਨਾਂ ਦਾ ਵਿਅਕਤੀ ਸੀ ਜਿਹੜਾ ਇਹ ਪ੍ਰਬੰਧਕਾਂ 'ਚ ਸ਼ਾਮਲ ਸੀਗਾ ਤੇ ਜਿਹੜਾ ਸਰਕਾਰ ਦਾ ਇੱਕ ਕਿਸਮ ਦਾ ਏਜੰਟ ਦੇ ਤੌਰ ਤੇ ਕੰਮ ਕਰ ਰਿਹਾ ਸੀਗਾ ਤੇ ਉਹਦੀ ਵਜ੍ਹਾ ਕਰਕੇ ਇਹ ਸਾਕਾ ਜਿਹੜਾ ਇਹ ਬੀਤਿਆ ਹੋਇਆ ਸੀਗਾ ਸਾਰਾ, ਕਿ ਉਹਨੇ ਹੀ ਲੋਕਾਂ ਨੂੰ ਇਸ ਤਰ੍ਹਾਂ ਕਰਕੇ ਲਿਆਂਦਾ ਔਰ ਇਹ ਸਾਰਾ ਕੀਤਾ। ਇਹ ਤੁਸੀਂ ਆਪਣੀ ਖੋਜ ਦੌਰਾਨ ਕਿਤੇ ਪਾਇਆ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਹੰਸਰਾਜ ਆਏ ਕਿ ਮੈਂ ਸਾਰੀ ਬ੍ਰਿਟਿਸ਼ ਸਰਕਾਰ ਨੂੰ ਐ ਕਰ ਦੂਗਾ, ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਬ੍ਰਿਟਿਸ਼ ਸਰਕਾਰ ਨੂੰ ਬ੍ਰਿਟਿਸ਼ ਸਰਕਾਰ ਦਾ ਏਜੰਟ ਸੀ। ਦੋ ਹੰਸਰਾਜ ਦਾ ਜ਼ਿਕਰ ਕੀਤਾ ਜਾਂਦਾ ਜੀ। ਨਹੀਂ, ਹੰਸਰਾਜ ਠੀਕ ਹੈ ਏਜੰਟ ਹੋਏਗਾ, ਉਹਨੇ ਉੱਥੇ ਕੁਝ ਆਪਣੀ ਕੁਝ ਕਰਤਾ, ਲੇਕਿਨ ਲੋਕਾਂ ਨੂੰ ਇਕੱਠੇ ਕਰਨ ਦੇ ਵਿੱਚ ਇਹ ਗੋਲੀਬਾਰੀ ਵੀ ਤੁਸੀਂ ਚਲਾਣੀ ਨਹੀਂ ਚਲਾਣੀ, ਇਹਦੇ ਵਿੱਚ ਬ੍ਰਿਗੇਡੀਅਰ ਜਨਰਲ ਉਹਦੀ ਹੰਸਰਾਜ ਦੀ ਗੱਲ ਥੋੜੀ ਬਣੇਗਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਮੈਂ ਪੜਿਆ ਸੀ ਸਰ, ਰੈਫਰੈਂਸ ਤਾਂ ਆ ਗਿਆ ਕਿ ਮੈਂ ਚੀਜ਼ਾਂ ਪੜੀਆਂ ਸੀ ਤੇ ਉਹ ਚ ਕਿਹਾ ਗਿਆ ਕਿ ਉਹ ਹੰਸਰਾਜ ਮੁੜ ਕੇ ਦੇਸ਼ ਛੱਡ ਕੇ ਚਲਾ ਗਿਆ ਸੀ ਆਪਣੀ ਜਾਨ ਬਚਾਉਣ ਵਾਸਤੇ ਬ੍ਰਿਟਿਸ਼ ਵਾਲਿਆਂ ਨੂੰ। ਠੀਕ ਹੈ, ਹੋਊਗਾ ਪੁਲਿਸ ਦਾ ਲੋਕ, ਉਹ ਹੋ ਸਕਦਾ ਹੈ ਪੁਲਿਸ ਨਾਲ ਮਿਲਿਆ ਹੋਵੇਗਾ, ਕੁਝ ਇਨਫੋਰਮੇਸ਼ਨ ਦਿੱਤੀ ਹੋਗੀ, ਪਰ ਪੂਰੀ ਘਟਨਾ ਬਾਰੇ ਪੂਰੀ ਗੱਲ ਬਾਰੇ ਉਹਦਾ ਕੋਈ ਇਸ ਤਰ੍ਹਾਂ ਦਾ ਕੋਈ ਰੋਲ ਨਹੀਂ ਹੈਗਾ। ਕਿਸੇ ਵੀ ਡਾਕੂਮੈਂਟ 'ਚ ਵੀ ਇਸ ਤਰ੍ਹਾਂ ਦੇ ਕੋਈ ਰੋਲ ਦਾ ਉਹਦਾ ਜ਼ਿਕਰ ਨਹੀਂ ਹੈਗਾ। ਠੀਕ ਹੈ ਜੀ। ਤੀਜੀ ਗੱਲ ਜਿਹੜੀ ਹੈਗੀ ਕੈਕਸਟਨ ਹਾਲ ਦੀ ਘਟਨਾ ਦੀ ਗੱਲ ਮੈਂ ਤੁਹਾਨੂੰ ਦੱਸਦਾ। ਕੈਕਸਟਨ ਹਾਲ ਦੀ ਘਟਨਾ ਦੀ ਜਿਹੜੀਆਂ ਨਵੀਆਂ ਫਾਈਲਾਂ ਬ੍ਰਿਟਿਸ਼ ਗਵਰਨਮੈਂਟ ਨੇ ਜਿਹਦੀ ਓਰੀਜਨਲ ਫਾਈਲਾਂ ਰਿਲੀਜ਼ ਕੀਤੀਆਂ 97 ਚ 2016 ਤੋਂ ਬਾਅਦ, ਉਹਦੀ ਇੱਕ ਮਿੰਟ ਦੀ ਇੱਕ ਸਕਿੰਟ ਦੀ ਘਟਨਾ ਦਾ ਜ਼ਿਕਰ ਹੈ। ਕੈਕਸਟਨ ਹਾਲ ਚ ਕੀ ਵਾਪਰਿਆ ਹੈਗਾ, ਮੈਂ ਕੁਝ ਗੱਲ ਦੱਸਦਾ ਵਾਂ। ਸਭ ਤੋਂ ਪਹਿਲਾਂ ਹੈ ਕਿ ਉਦਮ ਸਿੰਘ ਨੇ 4 ਅੰਗਰੇਜ਼ ਅਫਸਰਾਂ ਤੇ 6 ਗੋਲੀਆਂ ਚਲਾਈਆਂ ਉੱਥੇ। ਪਹਿਲੀਆਂ 2 ਗੋਲੀਆਂ ਮਾਰਕਸ ਆਫ ਜੈਟਲੈਂਡ ਨੇ ਮਾਰੀਆਂ, ਉਸ ਤੋਂ ਬਾਅਦ ਮਾਈਕਲ ਐਡਵਾਇਰ ਦੇ 2 ਗੋਲੀਆਂ ਇੱਥੋਂ ਬੱਖੀ ਚੋਂ 6 ਤੇ 8 ਇੰਚ ਦੀ ਦੂਰੀ ਤੋਂ ਮਾਰੀਆਂ। ਫਿਰ ਉਸ ਤੋਂ ਬਾਅਦ ਲੂਇਸ ਡੇਨ ਦੇ ਇੱਕ ਗੋਲੀ ਇੱਕ ਲਾਰਡ ਲੈਮਿੰਗਟਨ ਦੇ ਮਾਰੀ। ਅਸਲ ਕੀ ਸੀਗਾ ਵੀ ਜਿਹੜਾ ਉਹਦਾ ਪਿਸਤੌਲ ਦਾ ਜਿਹੜਾ ਸੁਰਾਖ ਸੀਗਾ ਉਹ ਵੱਡਾ ਸੀ, ਗੋਲੀ ਛੋਟੀ ਸੀ, ਇਸ ਕਰਕੇ ਉਸ ਫ੍ਰੀਕੁਐਂਸੀ ਨਾਲ ਲੱਗੀ। ਇਹ ਜਿਹੜਾ ਮਤਲਬ ਕਿ ਇਹ ਐਕਸਪਰਟ ਦੀ ਰਿਪੋਰਟ ਆ, ਜਿਹੜਾ ਉਸ ਤੋਂ ਬਾਅਦ ਉਹਦੀ ਪਿਸਤੌਲ ਦਾ ਮੁਆਇਨਾ ਕੀਤਾ ਗਿਆ, ਉਹਦੀ ਰਿਪੋਰਟ ਦੇ ਆਧਾਰ ਤੇ ਮੈਂ ਗੱਲ ਦੱਸ ਰਿਹਾ। ਉਸ ਤੋਂ ਬਾਅਦ ਕੀ ਹੈ ਵੀ ਜਦੋਂ ਯਾਨੀ ਕਿ ਜਿਹੜਾ ਰਿਵਾਲਵਰ ਸੀਗਾ ਉਹ ਕੋਈ ਮਤਲਬ ਚੰਗੀ ਕੰਪਨੀ ਦਾ ਵੈਬਲੇ ਵਗੈਰਾ ਨਹੀਂ ਸੀਗਾ, ਉਹ ਦੇਸੀ ਟਾਈਪ ਸੀਗਾ ਕੋਈ ਇਸ ਤਰ੍ਹਾਂ ਦਾ। ਹਾਂਜੀ, ਪੁਰਾਣਾ ਸੀਗਾ। ਦੇਸੀ ਤੇ ਹੈਗਾ ਤਾਂ ਕੰਪਨੀ ਦਾ ਸੀਗਾ, ਪਰ ਪੁਰਾਣਾ ਸੀ ਬਹੁਤ ਜ਼ਿਆਦਾ। ਅੱਛਾ ਜੀ। ਜਾਂ ਗੋਲੀਆਂ ਉਸ ਰੂਪ ਦੇ ਵਿੱਚ ਉਹਦੀਆਂ ਜਿਹੜੀਆਂ ਪਾਈਦਾਰ ਗੋਲੀਆਂ ਸੀ ਉਹ ਨਹੀਂ ਇਸਤੇਮਾਲ ਹੋਈਆਂ। ਯਾਨੀ ਕਿ ਬੈਰਲ ਤੇ ਗੋਲੀ ਦੇ ਡਾਇਆਮੀਟਰ ਦੇ ਵਿੱਚ ਫਰਕ ਹੋਣ ਕਰਕੇ ਨਿਸ਼ਾਨਾ ਬਿਲਕੁਲ। ਰੋਬਰਟ ਚਰਚਲ ਹੈ ਇੱਕ, ਉਹਨਾਂ ਨੇ ਮਤਲਬ ਕਿ ਇਹਦਾ ਪੂਰਾ, ਜਿਨ੍ਹਾਂ ਨੇ ਭਗਤ ਸਿੰਘ ਦੀ ਵੀ ਮੈਂ ਤੁਹਾਨੂੰ ਦੱਸ ਦਵਾਂ, ਭਗਤ ਸਿੰਘ ਦੀ ਪਿਸਤੌਲ ਦਾ ਵੀ ਮੁਆਇਨਾ ਕੀਤਾ ਸੀ, ਉਦਮ ਸਿੰਘ ਦੀ ਪਿਸਤੌਲ ਦਾ ਮੁਆਇਨਾ ਵੀ ਉਹਨੇ ਕੀਤਾ ਬੰਦੇ ਨੇ, ਉਹਦੀ ਇਹ ਰਿਪੋਰਟ ਦੇ ਆਧਾਰ ਤੇ ਮੈਂ ਦੱਸਾਂ ਤੁਹਾਨੂੰ ਮੌਕੇ। ਅੱਛਾ, ਇਹਦੇ ਵਿੱਚ ਕੀ ਸੀਗਾ, ਜਿਹੜਾ ਲੂਇਸ ਡੇਨ ਸੀਗਾ ਉਹ ਐਡਵਾਇਰ ਤੋਂ ਪਹਿਲਾਂ ਪੰਜਾਬ ਦਾ ਗਵਰਨਰ ਰਿਹਾ ਸੀਗਾ 1908 ਤੋਂ ਲੈ ਕੇ। ਤੇ ਜਦੋਂ ਮੌਕੇ ਤੇ ਇਹਨੂੰ ਫੜ ਲਿਆ ਸੀਗਾ, ਫੜਨ ਤੋਂ ਬਾਅਦ ਇਹਨੇ ਪੁਲਿਸ ਅਧਿਕਾਰੀਆਂ ਨੂੰ ਪੁੱਛਿਆ ਸੀ ਵੀ ਜੈਟਲੈਂਡ ਮਰ ਗਿਆ, ਇਹ ਮਰਨਾ ਚਾਹੀਦਾ, ਮੈਂ ਇਹਦੇ 2 ਗੋਲੀਆਂ ਮਾਰੀਆਂ, ਮੈਨੂੰ ਯਕੀਨ ਹੈ ਕਿ ਮਾਰ ਦਿੱਤਾ ਹੋਵੇਗਾ, ਮੈਂ ਕਾਫੀ ਸੁਸਤ ਰਿਹਾ ਕਿਉਂਕਿ ਰਸਤੇ 'ਚ ਔਰਤਾਂ ਸੀਗੀਆਂ। ਠੀਕ ਹੈ, ਇਸ ਤੋਂ ਇਹ ਗੱਲ ਕਹਾਂਗਾ, ਇੱਕ ਇਹ ਜਿਹੜਾ ਕਿਹਾ ਜਾਂਦਾ ਵੀ ਕਿਤਾਬ 'ਚ ਪਿਸਤੌਲ ਲੈ ਕੇ ਗਿਆ, ਇਹ ਸਾਰਾ ਪ੍ਰਚਲਿਤ ਹੈ। ਕੋਈ ਕਿਤਾਬ 'ਚ ਪਿਸਤੌਲ ਨਹੀਂ ਲੈ ਕੇ ਗਿਆ। 3-piece ਸੂਟ ਪਾਇਆ ਸੀ, 3-piece ਸੂਟ ਦੇ ਵਿੱਚ ਇਹ ਲੁਕੋ ਕੇ ਲੈ ਕੇ ਗਿਆ ਸੀਗਾ, ਕਿਉਂਕਿ ਉਸ ਤੋਂ ਬਾਅਦ ਜਦੋਂ ਇਹ ਮੌਕੇ ਦੇ ਉੱਤੋਂ ਇਹਦਾ ਸਾਰਾ ਸਮਾਨ ਜਿਹੜਾ ਬਰਾਮਦ ਹੋਇਆ ਸੀ ਉਹਦੀ ਲਿਸਟ ਬਣ ਗਈ ਨਾਲ ਦੀ ਨਾਲ ਹੀ ਵੀ ਕੀ ਬਰਾਮਦ, ਉਹਦੇ ਵਿੱਚ ਕੋਈ ਕਿਤਾਬ ਵਗੈਰਾ ਇਸ ਤਰ੍ਹਾਂ ਦਾ ਕੋਈ ਚੀਜ਼ ਬਰਾਮਦ ਨਹੀਂ ਹੋਈ। ਠੀਕ ਹੈ, ਦੂਜੀ ਗੱਲ ਜਿਹੜਾ ਕਹਿੰਦੇ ਮੇਰੇ ਛਾਤੀ, ਮੈਨੂੰ ਲੱਗਦਾ ਰਕੇਸ਼ ਜੀ ਉਹ ਕੁਝ ਇੱਕ ਚੀਜ਼ਾਂ ਦੰਦ ਕਥਾਵਾਂ ਇਸ ਕਰਕੇ ਬਣ ਜਾਂਦੀਆਂ ਨੇ ਕਿਉਂਕਿ ਪੁਖਤਾ ਸਿਕਿਉਰਿਟੀ ਹੋਏਗੀ ਤੇ ਲੇਖਕਾਂ ਨੂੰ ਜਾਂ ਉਸ ਸਮੇਂ ਜਿਨ੍ਹਾਂ ਨੇ ਇਹ ਹਵਾਲੇ ਦਿੱਤੇ ਹੋਣਗੇ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਇਹ ਲੈ ਕੇ ਕਿੱਦਾਂ ਅੰਦਰ ਗਏ ਤੇ ਸ਼ਾਇਦ ਉਹਨਾਂ ਨੇ ਇਹਦੇ ਨਾਲ ਕੋਈ ਇਸ ਤਰ੍ਹਾਂ ਦੀ ਜੋੜ ਦਿੱਤੀ ਹੋਵੇ ਗੱਲ, ਜਾਂ ਫਿਰ ਇਹ ਸਿਕਿਉਰਿਟੀ ਦੇ ਫਿਲਮ ਦੇ ਵਿੱਚ ਦਿਖਾਇਆ ਗਿਆ ਸੀ। ਨਹੀਂ, ਇਹ ਫਿਲਮ ਦੇ ਵਿੱਚ ਦਿਖਾਈ ਗਈ ਸੀ ਗੱਲ ਵੀ ਕਿਤਾਬ 'ਚ ਲੈ ਕੇ ਗਿਆ ਸੀ, ਜ਼ਿਆਦਾ ਫਿਲਮ ਦਾ ਵੀ ਹੈਗਾ ਕਿਤਾਬ 'ਚ ਲੈ ਕੇ ਜਾਣ ਵਾਲੀ ਗੱਲ। ਤੇ ਉਹਦੇ ਵਿੱਚ ਅਸਲ ਗੱਲ ਕੀ ਸੀ ਨਾ, ਇਹਦੇ ਵਿੱਚ ਸਿਕਿਉਰਿਟੀ ਸੀਗੀ। ਅਸਲ ਗੱਲ ਕੀ ਹੈ, ਬਾਅਦ ਦੇ ਵਿੱਚ ਇੱਕ ਲੇਡੀ ਆਇਡੈਂਟੀਫਾਈ ਹੋਈ ਹੈ, ਮੈਂ ਕਿਤਾਬ 'ਚ ਵੀ ਜ਼ਿਕਰ ਕੀਤਾ, ਡਾਕੂਮੈਂਟ 'ਚ ਵੀ ਹੈ। ਉਹ ਲੇਡੀ ਨੂੰ ਜਾਣਦੀ ਨਹੀਂ ਸੀ ਵੈਸੇ, ਉਹਨੇ ਕਿਹਾ ਕਿ ਮੈਂ ਦਿਆਲਤਾ, ਇਹ ਨਹੀਂ ਮੇਰੇ ਕੋਲ ਕਿਹਾ ਵੀ ਮੇਰੇ ਕੋਲ ਕਾਰਡ ਨਹੀਂ ਹੈਗਾ ਅੰਦਰ ਜਾਣ ਦਾ, ਮੈਂ ਉਹਨੂੰ ਕਹਿੰਦੀ ਦਿਆਲਤਾ ਦੇ ਆਧਾਰ ਤੇ ਅੰਦਰ ਲੈ ਗਈ ਸੀ। ਅੱਛਾ, ਐਂਟਰੀ ਜਿਹੜੀ ਇਹਦੀ ਜਿਹੜੀ ਐਂਟਰੀ ਹੋਈ ਹੈ ਡਾਕੂਮੈਂਟਡ ਹੈ ਗੱਲ ਵੀ, ਕਿ ਉਹਨਾਂ ਨੇ ਇਨਵੈਸਟੀਗੇਟ ਕੀਤੀ ਵੀ ਅੰਦਰ ਕਿਵੇਂ ਆ ਗਿਆ, ਕਿਉਂਕਿ ਬਿਨਾਂ ਕਿਉਂਕਿ ਐਸੋਸੀਏਸ਼ਨ ਦਾ ਪ੍ਰੋਗਰਾਮ ਸੀਗਾ, ਜਿਹਦੇ ਜਿਹੜੇ ਮੈਂਬਰ ਸੀ ਉਹੀ ਜਾ ਸਕਦੇ ਸੀਗੇ, ਇਹਦੇ ਕੋਲ ਕਾਰਡ ਨਹੀਂ ਸੀਗਾ। ਉਹ ਫਿਰ ਲੇਡੀ ਨੇ ਦੱਸਿਆ ਵੀ ਮੈਂ ਇਹਨੂੰ ਦਿਆਲਤਾ ਦੇ ਆਧਾਰ ਤੇ ਲੈ ਕੇ ਗਈ ਸੀ, ਮੇਰਾ ਇਸ ਤਰ੍ਹਾਂ ਨਾ ਹੀ ਉਹ ਕੋਈ ਆਪਸ ਚ ਕੋਈ ਜਾਣਦੀ ਸੀ, ਮੌਕੇ ਤੇ ਇਹਨੇ ਕੋਈ ਰਿਕੁਐਸਟ ਕੀਤੀ ਹੋਣੀ, ਕੁਝ ਇਸ ਤਰ੍ਹਾਂ ਦੀ ਗੱਲ ਵਾਪਰੀ ਹੈ। ਠੀਕ ਹੈ ਜੀ। ਇੱਕ ਜਿਹੜਾ ਇਹ ਕਹਿੰਦਾ ਵੀ ਉਹਨੇ ਕਿਹਾ ਵੀ ਫੜ ਲਓ ਲੰਦਨ ਵਾਸੀਓ, ਮੈਂ ਖੜਾ ਪੁਕਾਰਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈਗੀ। ਠੀਕ ਹੈ, ਇਹ ਜਿਹੜੇ ਚਾਰੇ ਅਫਸਰ ਸੀਗੇ ਇਹ ਭਾਰਤ ਦੀ ਆਜ਼ਾਦੀ ਦੇ ਖਿਲਾਫ ਸੀਗੇ ਤੇ ਭਾਰਤ ਦੇ ਵਿੱਚ ਕਿਤੇ ਨਾ ਕਿਸੇ ਵੇਲੇ ਗਵਰਨਰ ਰਹੇ ਸੀਗੇ। ਜਿਹੜਾ ਮਾਰਕਸ ਆਫ ਜੈਟਲੈਂਡ ਸੀ ਇਹ ਸੈਕਟਰੀ ਟੂ ਸਟੇਟ ਆਫ ਇੰਡੀਆ ਸੀਗਾ, ਮਤਲਬ ਜਿਵੇਂ ਜਿਸ ਤਰ੍ਹਾਂ ਮਿਨਿਸਟਰ ਹੁੰਦੇ ਨੇ ਉਹ ਭਾਰਤ ਨੂੰ ਦੇਖਦਾ ਸੀ, ਹਾਂ ਉਹ ਇਸ ਤਰ੍ਹਾਂ ਦਾ ਸੀਗਾ। ਠੀਕ ਹੈ, ਅਸਲ ਇਸ਼ੂ ਕੀ ਸੀਗਾ, ਜਿਹੜਾ ਮਾਈਕਲ ਐਡਵਾਇਰ ਸੀਗਾ ਇਹ ਮਈ 13 ਤੋਂ ਲੈ ਕੇ ਮਤਲਬ ਮਈ 1913 ਤੋਂ ਲੈ ਕੇ 26 ਮਈ 1919 ਤੱਕ ਪੰਜਾਬ ਦਾ ਲੈਫਟੀਨੈਂਟ ਗਵਰਨਰ ਰਿਹਾ। ਸਾਰੀ ਗਦਰ ਲਹਿਰ ਨੂੰ ਕੁਚਲਣ ਦੇ ਵਿੱਚ ਇਹਦਾ ਬਹੁਤ ਵੱਡਾ ਰੋਲ ਸੀ। ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਿੰਨੇ ਵੀ ਗਦਰ ਲਹਿਰ
ਜਦੋਂ ਗਦਰ ਲਹਿਰ ਉਦੋਂ ਇੰਗਲੈਂਡ 'ਚ ਮਤਲਬ ਅਮਰੀਕਾ 'ਚ ਉੱਠੀ ਸੀਗੀ, ਉਦੋਂ ਜਦੋਂ ਗਦਰੀਆਂ ਨੇ ਸੱਦਾ ਦਿੱਤਾ ਸੀ ਵੀ ਭਾਰਤ ਜਾ ਕੇ ਇਹਨਾਂ ਨੂੰ ਕੱਢੋ, ਉਹ ਸਾਰੇ ਹੀ ਸਪੈਸ਼ਲ ਅਦਾਲਤਾਂ ਲਗਾ ਕੇ ਬੰਦਿਆਂ ਨੂੰ ਤਸੀਹੇ ਦਿੱਤੇ, ਹੋਰ ਇਹ ਸਾਰਾ ਕੁਝ ਮਾਈਕਲ ਐਡਵਾਇਰ ਦੀ ਅਗਵਾਈ 'ਚ ਹੋਇਆ ਸੀ। ਠੀਕ ਹੈ, ਇਹ ਐਲਾਨੀਆ ਕਹਿੰਦਾ ਹੁੰਦਾ ਸੀਗਾ ਕਿ ਵੀ ਭਾਰਤ ਦੇ ਵਿੱਚ ਫੌਜੀ ਤਾਕਤ ਨਾਲ ਰਾਜ ਕਰਾਂਗੇ, ਤੇ ਈਵਨ ਇਹ ਵੀ ਕਹਿੰਦਾ ਸੀਗਾ ਕਿ ਮੈਂ ਇਸ ਮਤਲਬ ਸੇਖੀ ਮਾਰਦਾ ਸੀ, ਕਹਿੰਦੇ ਕਿ ਮੈਂ ਗਦਰ ਦਾ ਜਿਹੜਾ ਝੰਡਾ ਹੈਗਾ ਵਾਰ ਟਰਾਫੀ ਵੱਲੋਂ ਸੇਵਾ ਮੁਕਤੀ ਤੋਂ ਬਾਅਦ ਇੰਗਲੈਂਡ ਲੈ ਕੇ ਆਇਆ ਹੈਗਾ। ਠੀਕ ਹੈ, ਇਹ ਜਦੋਂ ਊਧਮ ਸਿੰਘ ਨੂੰ ਉੱਥੇ ਮੌਕੇ ਤੇ ਅਰੈਸਟ ਕਰ ਲਿਆ ਸੀ, ਇਹਦੇ ਕੋਲ ਇੱਕ ਡਾਇਰੀ ਮਿਲੀ ਸੀਗੀ 1940 ਦੀ, ਉਹਦੇ 21 ਅਪ੍ਰੈਲ ਤੇ 27 ਅਪ੍ਰੈਲ ਦੇ ਪੰਨੇ ਤੇ ਲਿਖਿਆ ਸੀ, ਮੈਂ ਦੁਨੀਆ ਦੇਖ ਲਈ ਹੈ, ਇੱਕੋ ਇੱਕ ਖਾਹਿਸ਼ ਰਹਿ ਗਈ ਹੈ, ਮੈਂ ਭਾਰਤ ਨੂੰ ਆਜ਼ਾਦ ਦੇਖਣਾ ਚਾਹੁੰਦਾ ਜੀ। ਉਸ ਤੋਂ ਗਾਹਾਂ ਮੈਂ ਅਗਲਾ ਸਟੈਪ ਲੈ ਕੇ ਆਵਾਂਗਾ ਕਿ ਇਹਨਾਂ ਦੇ ਗਦਰ ਪਾਰਟੀ ਨਾਲ ਸੰਬੰਧ ਸੀਗੇ ਊਧਮ ਸਿੰਘ ਦੇ। ਠੀਕ ਹੈ, ਹੁਣ ਮੈਂ ਥੋੜਾ ਜਿਹਾ ਦੱਸਦਾ, ਮੈਂ ਜਿਹੜੇ ਦੋਸਤਾਂ ਨੂੰ ਨਹੀਂ ਥੋੜਾ ਜਿਹਾ ਗਦਰ ਪਾਰਟੀ ਬਾਰੇ ਵੀ ਥੋੜਾ ਬਰੀਫ ਕਰਦਾ ਕਿ ਗਦਰ ਪਾਰਟੀ ਕੀ ਸੀ। 21 ਅਪ੍ਰੈਲ 1913 ਨੂੰ ਆਸਟ੍ਰੇਲੀਆ ਦੇ ਵਿੱਚ ਜਿਹੜੇ ਭਾਰਤ ਦੇ ਲੋਕ ਅਮਰੀਕਾ ਦੇ ਵਿੱਚ ਗਏ ਹੋਏ ਸੀ ਰੁਜ਼ਗਾਰ ਦੀ ਤਲਾਸ਼ 'ਚ, ਉਦੋਂ ਥੋੜੇ ਵੱਧ ਪੈਸੇ ਮਿਲਦੇ ਸੀ, ਉਹਨਾਂ ਨੇ ਕਿਹਾ ਵੀ ਸਾਨੂੰ ਇੱਥੇ ਕੁਲੀ ਕੁਲੀ ਕਹਿ ਕੇ ਬੁਲਾਉਂਦੇ ਆ। ਉਹਨਾਂ ਨੇ ਇੱਕ ਮੀਟਿੰਗ ਕੀਤੀ ਕਿ ਉਹਨਾਂ ਪਾਰਟੀ ਬਣਾਈ ਜਾਵੇ, ਉਹਨਾਂ ਨੇ ਇੱਕ ਐਸੋਸੀਏਸ਼ਨ ਬਣਾਈ ਸੀ ਉੱਧਰ, ਜਿਹਦਾ ਜਨਰਲ ਸਕੱਤਰ ਲਾਲਾ ਹਰਦਿਆਲ ਸੀ ਤੇ ਸੋਹਣ ਸਿੰਘ ਭਗਨਾ ਪ੍ਰਧਾਨ ਸੀਗੇ। ਤੇ ਇਹਨਾਂ ਨੇ ਫਿਰ ਬਾਅਦ ਦੇ ਵਿੱਚ ਗਦਰ ਅਖਬਾਰ ਕੱਢਿਆ, ਤੇ ਗਦਰ ਅਖਬਾਰ ਦੇ ਨਾਂ ਤੋਂ ਬਾਅਦ ਦੇ ਵਿੱਚ ਜਿਹੜੀ ਪਾਰਟੀ ਸੀ ਗਦਰ ਅਖਬਾਰ ਦੇ ਨਾਂ ਤੇ ਹੀ ਮਸ਼ਹੂਰ ਹੋ ਗਈ ਸੀ। ਇਹਨਾਂ ਦਾ ਜਿਹੜਾ ਮਕਸਦ ਕੀ ਸੀਗਾ, ਹਥਿਆਰਬੰਦ ਇਨਕਲਾਬ ਨਾਲ ਅੰਗਰੇਜ਼ੀ ਗੁਲਾਮੀ ਤੋਂ ਹਿੰਦੁਸਤਾਨ ਨੂੰ ਛੁਡਾਉਣਾ ਤੇ ਆਜ਼ਾਦੀ ਤੇ ਮਤਲਬ ਬਰਾਬਰੀ ਦੀ ਬੁਨਿਆਦਾਂ ਤੇ ਕੌਮੀ ਜਮਹੂਰੀਅਤ ਨੂੰ ਕਾਇਮ ਕਰਨਾ, ਜਿਹਦੇ ਵਿੱਚ ਇਹਨਾਂ ਨੇ ਹਿੰਦੂ, ਸਿੱਖ, ਮੁਸਲਮਾਨ, ਦਲਿਤ ਸਾਰਿਆਂ ਨੂੰ ਆਪਣੇ ਨਾਲ ਸ਼ਾਮਲ ਕਰਨਾ ਸੀਗਾ। ਤੇ ਉਹਨਾਂ ਨੇ 4 ਅਗਸਤ 1914 ਨੂੰ ਮਤਲਬ ਇੱਕ ਆਪਣੇ ਮਤਲਬ ਕਿ ਜਿਹੜਾ ਅਖਬਾਰ ਸੀਗਾ ਗਦਰ, ਉਹਦੇ ਵਿੱਚ ਇੱਕ ਲੇਖ ਛਾਪਿਆ ਸੀ, ਜੰਗ ਦਾ ਬਿਗਲ, ਕਿ ਹੁਣ ਮੌਕਾ ਆ ਗਿਆ ਵੀ ਆਪਾਂ ਸਾਰਿਆਂ ਨੂੰ ਭਾਰਤ ਜਾ ਕੇ ਮਤਲਬ ਕਿ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਉਧਰ ਚਾਲੇ ਪਾਣੇ ਚਾਹੀਦੇ। ਗਦਰ ਅਖਬਾਰ ਪੜ੍ਹਦੇ ਬਹੁਤ ਸਾਰੇ ਮੁਲਕਾਂ ਤੋਂ ਜਿਹੜੇ ਭਾਰਤੀ ਪੰਜਾਬੀ ਸੀਗੇ ਉਹ ਮਤਲਬ ਕਿ ਪੰਜਾਬ ਨੂੰ ਵਾਪਸ ਆਏ, ਤੇ ਉਹ ਸਾਰਿਆਂ ਨੂੰ ਜਿਹੜੇ ਜਦੋਂ ਆਏ ਉਸ ਵੇਲੇ ਕੀ ਹੋਇਆ, ਇੱਥੇ ਆਉਣ ਤੋਂ ਬਾਅਦ ਇੱਕ ਦੋ ਮਤਲਬ ਜਿਹੜੇ ਕਿਰਪਾਲ ਸਿੰਘ ਵਰਗੇ ਜਿਹੜੇ ਗਦਾਰ ਸੀਗੇ, ਇਹਨਾਂ ਨੇ ਫਿਰ ਮਤਲਬ ਕਿ ਦੱਸਦਾ ਵੀ ਇਹ ਜਿਹੜੇ ਗਦਰੀ ਹੈਗੇ ਇਸ ਦਿਨ ਕਰਨਾ ਚਾਹੁੰਦੇ ਹੈਗੇ ਗਦਰ। ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਬ੍ਰਿਟਿਸ਼ਰ ਨੂੰ, ਉਹਨਾਂ ਨੇ ਫਿਰ ਬਹੁਤ ਗਦਰੀਆਂ ਨੂੰ ਫੜ ਲਿਆ ਸੀਗਾ, ਫੜ ਕੇ ਤਸੀਹੇ ਦਿੱਤੇ, ਹੋਰ ਦਿੱਤਾ। ਇਹ ਸਾਰਾ ਕੁਝ ਜਿਹੜਾ ਸੀਗਾ ਇਹ ਨਹੀਂ ਕਿ ਉਡਵਾਇਰ ਦੀ ਅਗਵਾਈ ਜੋ ਹੈ ਸੀਗਾ। ਤੇ ਊਧਮ ਸਿੰਘ ਬਾਰੇ ਇਹ ਕਿਹਾ ਜਾਂਦਾ ਕਿ ਜਦੋਂ ਇਹ ਅਮਰੀਕਾ ਦੇ ਵਿੱਚ ਗਏ ਸੀਗੇ ਉਦੋਂ ਇਹ ਗਦਰ ਪਾਰਟੀ ਦੇ ਪ੍ਰਭਾਵ 'ਚ ਆ ਗਈ ਸੀ। 27 ਜੁਲਾਈ 1927 ਨੂੰ ਜਦੋਂ ਇਹ ਵਾਪਸ ਆਏ ਆ, ਇਹਨਾਂ ਕੋਲ ਕਰਾਚੀ ਦੇ ਵਿੱਚ ਗਦਰ ਜਿਹੜਾ ਲਿਟਰੇਚਰ ਫੜਾਈ ਕਰਕੇ ਜੁਰਮਾਨਾ ਹੋਇਆ ਸੀ, ਤੇ 30 ਅਗਸਤ 1927 ਨੂੰ ਇੱਕ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਅੰਮ੍ਰਿਤਸਰ ਅਰੈਸਟ ਕਰ ਲਿਆ ਗਿਆ ਸੀ। ਤੇ ਅਰੈਸਟ ਕਰਨ ਤੋਂ ਬਾਅਦ ਇਹਨਾਂ ਕੋਲੋਂ ਪਿਸਤੌਲ ਮਿਲੇ ਸੀ, ਇਹਨਾਂ ਦੀ ਨਿਸ਼ਾਨਦੇਹੀ ਉੱਤੇ ਹੋਰ ਪਿਸਤੌਲ, ਗੋਲੀਆਂ ਮਿਲੀਆਂ, ਤੇ ਫਿਰ ਗਦਰ ਦੀ ਗੂੰਜ ਜਿਹੜਾ ਗਦਰ ਪਾਰਟੀ ਵੱਲੋਂ ਕੱਢਿਆ ਜਾਂਦਾ ਲਿਟਰੇਚਰ ਸੀਗਾ ਉਹ ਮਿਲਿਆ, ਰੂਸੀ ਗਦਰ ਗਿਆਨ ਵਗੈਰਾ, ਦੇਸ਼ ਭਗਤਾਂ ਦੀ ਜਾਨ, ਇਸ ਤਰ੍ਹਾਂ ਦੀ ਜਿਹੜਾ ਉਹਨਾਂ ਨੂੰ ਮਤਲਬ ਇਹ ਲਿਟਰੇਚਰ ਜਿਹੜਾ ਉਹਨਾਂ ਕੋਲੋਂ ਇਹ ਮਤਲਬ ਜਿਹੜੀ ਇਹ FIR ਸੀਗੀ, FIR ਦੇ ਵਿੱਚ ਜਿਹੜਾ ਦਰਜ ਹੈ ਕਿ ਇਹਨਾਂ ਕੋਲੋਂ ਕਿਸ ਤਰ੍ਹਾਂ ਦਾ ਜਿਹੜਾ ਸਮਾਨ ਸੀਗਾ ਮਤਲਬ ਕਿ ਉਸ ਵੇਲੇ ਬਰਾਮਦ ਹੋਇਆ। ਇਹਦੇ ਵਿੱਚ ਜ਼ਿਕਰ ਹੈ ਉਰਦੂ ਦੇ ਵਿੱਚ, ਮੈਂ ਇੱਕ ਉਰਦੂ ਪੜ੍ਹਨ ਵਾਲੇ 'ਚ ਵੀ ਪੜਵਾਇਆ ਸੀਗਾ ਵੀ ਦੱਸੋ ਕੀ ਲਿਖਿਆ ਹੈ, ਕੁਝ ਬੰਦੇ ਨੇ ਪੜ੍ਹ ਕੇ। ਉਸ ਤੋਂ ਬਾਅਦ ਇਹ ਜਿਹੜਾ ਗੁਲਾਮੀ ਦਾ ਜ਼ਹਿਰ ਜਿਹੜਾ ਹੈਗਾ, ਇਹ ਡਾਕੂਮੈਂਟ ਜਿਹੜਾ ਲਾਲਾ ਹਰਦਿਆਲ ਦਾ ਲਿਖਿਆ ਹੋਇਆ ਸੀਗਾ, ਇਹ ਜਿਹੜਾ ਹੈਗਾ ਇਹ ਉਹਨਾਂ ਕੋਲੋਂ ਬਰਾਮਦ ਹੋਇਆ ਸੀ, ਜੈਰੋਕਸ ਕਾਪੀ ਹੈ ਓਰੀਜਨਲ ਦੀ। ਤੇ ਈਵਨ ਕਿ ਉਸ ਤੋਂ ਬਾਅਦ ਫਿਰ ਕੀ ਹੋਇਆ ਸੀ ਕਿ ਜਿਹੜੇ ਮਤਲਬ ਕਿ ਡਾਇਰੈਕਟਰ ਇੰਟੈਲੀਜੈਂਸ ਹੋਮ ਵਿਭਾਗ, ਉਹਨਾਂ ਨੇ 1934 ਦੇ ਵਿੱਚ ਇੱਕ ਡਾਇਰੈਕਟਰੀ ਛਾਪੀ ਸੀਗੀ, ਜਿਹਦੇ ਵਿੱਚ ਉਹਨਾਂ ਨੇ ਮਤਲਬ ਉਹਨਾਂ ਲੋਕ ਜਿਹੜੇ ਗਦਰੀ ਸੀਗੇ, ਜਿਹੜੇ ਅਮਰੀਕਾ ਦੇ ਸੀਗੇ, ਯੂਰਪ ਦੇ, ਅਫਗਾਨਿਸਤਾਨ ਸੀਗੇ, ਭਾਰਤ ਜਿਹਨੇ ਗਦਰ ਲਹਿਰ 'ਚ ਹਿੱਸਾ ਲਿੱਤਾ ਸੀ, ਉਹਨਾਂ ਦੇ ਨਾਮ ਸੀ। ਇਹ ਫਿਰ ਗਦਰ ਡਾਇਰੈਕਟਰੀ ਸੇਮ ਟੂ ਸੇਮ ਪੰਜਾਬੀ ਯੂਨੀਵਰਸਿਟੀ ਦੇ 1997 ਦੇ ਵਿੱਚ ਛਾਪੀ ਹੋਈ, ਪੰਜਾਬੀ ਯੂਨੀਵਰਸਿਟੀ 'ਚ ਅਵੇਲੇਬਲ ਹੈ ਗਦਰ ਡਾਇਰੈਕਟਰੀ, ਬਿਲਕੁਲ ਸੇਮ। ਇਹਦੇ ਜਿਹੜਾ ਹੈਗਾ ਇਹਦੇ ਜਿਹੜਾ ਸਰ ਇੱਕ ਸੈਕਿੰਡ, ਜਿਹੜੀ ਹੁਣ ਡਾਇਰੈਕਟਰੀ ਲੇਟੈਸਟ ਤੁਸੀਂ ਕਹਿ ਰਹੇ ਹੋ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਤੇ ਉਹਦੇ 'ਚ ਗਦਰ ਮੂਵਮੈਂਟ ਨਾਲ ਸੰਬੰਧਿਤ ਲੋਕਾਂ ਦਾ ਜ਼ਿਕਰ ਹੋਏਗਾ, ਉਹਦੇ ਵਿੱਚ ਵੀ ਸ਼ਹੀਦ ਊਧਮ ਸਿੰਘ ਦਾ ਨਾਂ ਹੈ ਕਿ ਉਹ ਗਦਰ ਪਾਰਟੀ ਦੇ ਮੈਂਬਰ ਸੀ ਜਾਂ ਉਹਨਾਂ ਦੇ ਨਾਲ ਐਸੋਸੀਏਟ ਸੀਗੇ? ਆਹ ਸੀਗਾ, ਮੈਂ ਦਿਖਾ ਰਿਹਾ ਤੁਹਾਨੂੰ, ਆਹ ਲਿਖਿਆ ਦਾ ਜ਼ਿਕਰ ਹੈ S44 ਦੇ ਉੱਤੇ, ਇਹ 267 ਨੰਬਰ ਪੇਜ ਤੇ ਊਧਮ ਸਿੰਘ ਬਾਰੇ ਵੀ ਜ਼ਿਕਰ ਹੈ, ਜਿੱਥੇ ਹੋਰ ਗਦਰੀਆਂ ਦੇ ਨਾਮ ਲਿਸਟ ਹੈ, ਇਹਨਾਂ ਦਾ ਵੀ ਜ਼ਿਕਰ ਤੇ ਨਾਮ ਹੈ, ਕੋਈ ਵੀ ਪੜ੍ਹ ਸਕਦਾ ਉਹਦੇ ਵਿੱਚ। ਇਹਦੇ ਵਿੱਚ ਇਹ ਲਿਖਿਆ ਹੋਇਆ, ਇਹਨਾਂ ਨੇ ਇਸ ਗੱਲ ਬਾਰੇ ਲਿਖਿਆ ਹੋਇਆ ਕਿ ਇਹ ਅਮਰੀਕਾ ਜਦੋਂ ਰਹਿੰਦੇ ਸੀ ਉਦੋਂ ਗਦਰ ਦੇ ਪ੍ਰਭਾਵ ਹੇਠ ਆ ਗਏ। ਠੀਕ ਹੈ, ਇਹ ਫਿਰ ਜਿਹੜਾ ਗਦਰ ਪਾਰਟੀ ਵੱਲੋਂ ਛਾਪਿਆ ਜਿਹੜਾ ਸੀਗਾ ਬਾਗੀ ਸਾਹਿਤ, ਇਹ ਪੜ੍ਹਦੇ ਸੀਗੇ। ਤੇ ਜਦੋਂ 1927 ਦੇ ਵਿੱਚ ਇਹਨਾਂ ਨੂੰ ਫੜਿਆ ਗਿਆ ਤਾਂ ਇਹਨਾਂ ਨੂੰ ਸਖਤ ਸਜ਼ਾ ਹੋਈ ਸੀ। ਇਹਨਾਂ ਨੇ ਬਿਆਨ ਦਿੱਤਾ ਸੀਗਾ, ਮਤਲਬ 5 ਸਾਲ ਦੀ ਕੈਦ ਹੋਈ ਸੀ। ਇਹਨਾਂ ਨੇ ਬਿਆਨ ਦਿੱਤਾ ਸੀ ਮੇਰਾ ਮਕਸਦ ਯੂਰਪੀਆਂ ਨੂੰ ਮਾਰਨਾ ਜਿਹੜੇ ਭਾਰਤੀਆਂ ਦੇ ਰਾਜ ਕਰਦੇ ਆ। ਇਹ ਬਾਲਸ਼ਿਕ ਪਾਰਟੀ ਜਿਹੜੀ ਲੈਨਿਨ ਦੀ ਪਾਰਟੀ ਹੈ, ਇਹਨਾਂ ਨਾਲ ਹਮਦਰਦੀ ਸੀ ਕਿਉਂਕਿ ਉਹਨਾਂ ਦਾ ਮੰਤਵ ਵੀ ਭਾਰਤ ਨੂੰ ਵਿਦੇਸ਼ੀ ਕਬਜ਼ੇ ਚੋਂ ਮੁਕਤ ਕਰਾਉਣਾ ਸੀ। ਈਵਨ ਕਿ ਜਦੋਂ ਇਹਨਾਂ ਦਾ ਟ੍ਰਾਇਲ ਵੀ ਚੱਲਿਆ
ਜਿਹੜੀ ਮਤਲਬ ਕਿ ਸਟਾਕਟਨ ਗੁਰਦੁਆਰੇ ਤੋਂ ਅਮਰੀਕਾ ਦੇ ਵਿੱਚੋਂ ਜਿਹੜੇ ਗਦਰ ਪਾਰਟੀ ਸੀਗੀ, ਉਹ ਜਿਹੜੇ ਇਹਦਾ ਟ੍ਰਾਇਲ ਲੜ ਰਹੇ ਸੀਗੇ ਊਧਮ ਸਿੰਘ ਦਾ, ਉਹਦੇ ਨਾਲ ਗੱਲ ਕਰਤੀ ਵੀ ਲਗਾਤਾਰ ਵੀ ਸਾਨੂੰ ਕੋਈ ਪੈਸਿਆਂ ਦੀ ਲੋੜ ਹੈ, ਕਿਸੇ ਕਿਸਮ ਦੀ ਲੋੜ ਹੈ, ਇਹਦੇ ਮੁਕੱਦਮੇ ਦੌਰਾਨ ਕੋਈ ਵੀ ਮਤਲਬ ਕੋਤਾਹੀ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਪੈਸੇ ਵੀ ਭੇਜੇ ਸੀ, ਇਹ ਰਿਕਾਰਡਡ ਹੈ ਇਸ ਗੱਲ ਬਾਰੇ। ਮਤਲਬ ਗਦਰ ਪਾਰਟੀ ਨਾਲ ਜੁੜੇ ਹੋਏ ਸੀ, ਉਹਦੇ ਮੈਂਬਰ ਸੀ, ਇਹ ਡਾਇਰੈਕਟਰੀ ਚ ਵੀ ਲਿਸਟ ਛਾਪੇ। ਉਸ ਤੋਂ ਅਗਲਾ ਸਟੈਪ ਮੈਂ ਕਰਦਾ ਤੁਹਾਨੂੰ ਕਿ ਊਧਮ ਸਿੰਘ ਦਾ ਭਗਤ ਸਿੰਘ ਨੂੰ ਆਪਣਾ ਦੋਸਤ ਸਮਝਦੇ ਸੀਗੇ। ਇਹਨਾਂ ਨੇ ਕਈ ਚਿੱਠੀਆਂ ਲਿਖੀਆਂ, ਲੇਕਿਨ ਦੋ ਚਿੱਠੀਆਂ ਦਾ ਮੈਂ ਜ਼ਿਕਰ ਕਰਾਂਗਾ। ਇੱਕ 30 ਮਾਰਚ 1940 ਦੀ ਚਿੱਠੀ ਹੈ ਜਿਹੜੀ ਉਹਨਾਂ ਨੇ ਬ੍ਰਿਕਸਟਨ ਜੇਲ੍ਹ ਤੋਂ ਲਿਖੀ, ਉਹਦੇ ਵਿੱਚ ਭਗਤ ਸਿੰਘ ਦਾ ਜ਼ਿਕਰ ਹੈ। ਉਹਦੇ ਵਿੱਚ ਇਹਨਾਂ ਨੇ ਕੁਝ ਲੈਣਾ, ਮੈਂ ਥੋੜਾ ਪੜ੍ਹ ਕੇ ਦੱਸਾਂਗਾ। ਇਹ ਮੈਂ ਚਿੱਠੀਆਂ ਤੁਹਾਨੂੰ ਮੈਂ ਦਿਖਾ ਵੀ ਦੇਵਾਂਗਾ। ਚਿੱਠੀਆਂ, ਇਹ ਜਿਹੜੀਆਂ ਚਿੱਠੀਆਂ ਉਹਨਾਂ ਨੇ ਇਹਦੇ ਵਿੱਚ ਲਿਖੀਆਂ ਹੈਗੀਆਂ, ਆਹ ਲੈਟਰ ਉਹਨਾਂ ਨੇ ਆਪਣੇ ਹੱਥ ਨਾਲ ਲਿਖੀਆਂ ਹੋਈਆਂ ਚਿੱਠੀਆਂ ਜੀ। ਹਾਂ, ਇਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੋਇਆ ਹੈਗਾ ਕਿ ਮੈਂ ਮਰਨ ਤੋਂ ਕਦੇ ਨਹੀਂ ਡਰਿਆ, ਮੈਂ ਜਲਦੀ ਮੌਤ ਨਾਲ ਵਿਆਹ ਕਰ ਲਵਾਂਗਾ, ਮੈਨੂੰ ਇਸ ਬਾਰੇ ਕੋਈ ਅਫਸੋਸ ਨਹੀਂ, ਮੈਂ ਆਪਣੇ ਦੇਸ਼ ਦਾ ਸਿਪਾਹੀ ਹਾਂ, 10 ਸਾਲ ਹੋ ਗਏ, ਮੇਰਾ ਸਭ ਤੋਂ ਵਧੀਆ ਦੋਸਤ ਪਿੱਛੇ ਛੱਡ ਕੇ ਚਲੇ ਗਿਆ, ਮੈਨੂੰ ਯਕੀਨ ਹੈ ਕਿ ਮਰਨ ਤੋਂ ਬਾਅਦ ਮਿਲਾਂਗਾ, ਉਹ ਮੇਰਾ ਇੰਤਜ਼ਾਰ ਕਰ ਰਿਹਾ। ਇਹ 23 ਤਰੀਕ ਸੀ, ਮੈਨੂੰ ਉਮੀਦ ਹੈ ਕਿ ਮੈਨੂੰ ਵੀ ਇਸ ਤਰੀਕ ਨੂੰ ਫਾਂਸੀ ਦੇਣਗੇ। ਇੱਕ ਹੋਰ ਚਿੱਠੀ ਉਹਨੇ 5 ਅਪ੍ਰੈਲ 1940 ਨੂੰ ਜਿਹੜੀ ਲਿਖੀ ਸੀਗੀ, ਉਹਦੇ ਵਿੱਚ ਵੀ ਇਹਦਾ ਜ਼ਿਕਰ ਹੈ ਕਿ ਮੇਰਾ ਪਿਆਰਾ ਦੋਸਤ ਸਿਰਫ ਇੱਕ ਹੀ ਹੈ ਜਿਹੜਾ ਮੈਂ ਬਣਾਇਆ, ਮੈਂ ਪਿੱਛੇ ਛੱਡ ਕੇ ਚਲਾ ਗਿਆ, ਮੈਂ ਨਹੀਂ ਕਿਹਾ, ਮੈਂ ਕਹਿਣਾ ਚਾਹਾਂਗਾ, ਜ਼ਿੰਦਗੀ 'ਚ ਕਦੇ ਨਹੀਂ ਦੱਸਿਆ, ਉਸ ਤੋਂ ਬਿਨਾਂ ਜੀਉਣ ਦਾ ਕੋਈ ਫਾਇਦਾ ਨਹੀਂ, ਉਸਨੂੰ ਰਾਤ ਨੂੰ ਫਾਂਸੀ ਦਿੱਤੀ ਗਈ ਸੀ, ਹੋ ਸਕਦਾ ਮੈਨੂੰ ਸਵੇਰੇ ਫਾਂਸੀ ਮਿਲੇ। ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਚਿੱਠੀਆਂ ਦੇ ਵਿੱਚ ਜ਼ਿਕਰ ਕੀਤਾ, ਜਜ਼ਬਾਤੀ ਟਾਈਪ ਗੱਲਾਂ ਵੀ ਸੀ। ਔਰ ਦੂਸਰਾ ਇਹ ਕਿਹਾ ਜਾਂਦਾ ਹੈ ਕਿ ਸ਼ਹੀਦ ਭਗਤ ਸਿੰਘ ਰੀ ਦੀ ਜਿਹੜੀ ਤਸਵੀਰ ਸੀ ਉਹ ਹਮੇਸ਼ਾ ਆਪਣੇ ਇਹ ਪਰਸ ਵਿੱਚ ਰੱਖਦੇ ਸੀ। ਇਹ ਵੀ ਪ੍ਰਚਲਿਤ ਆਮ ਧਾਰਨਾ ਹੈ। ਮਤਲਬ ਇਹ ਜਿਹੜੀਆਂ ਚਿੱਠੀਆਂ, ਇਹਨਾਂ ਦਾ ਜ਼ਿਕਰ ਘੱਟ ਹੁੰਦਾ ਪਰ ਉਹਨਾਂ ਦੀ ਤਸਵੀਰ ਦਾ ਜ਼ਿਕਰ ਬਹੁਤ ਹੁੰਦਾ। ਘੱਟ ਕਿ ਮੈਂ ਤਾਂ ਸੁਣਿਆ ਹੀ ਨਹੀਂ ਕਦੀ ਕਿ ਇਸ ਤਰ੍ਹਾਂ ਦੀਆਂ ਚਿੱਠੀਆਂ ਊਧਮ ਸਿੰਘ ਨੇ ਉਹਨਾਂ ਦੀ ਜਿਹੜੀ ਐਸੋਸੀਏਸ਼ਨ ਆਪੋ 'ਚ ਜਾਂ ਦੋਸਤੀ ਆ ਉਹਦੇ ਬਾਰੇ ਕਦੀ ਹੋਣ। ਜੀ ਹਾਂ, ਇੱਕ ਹੋਰ ਦੱਸਾਂ ਤੱਥ ਬਹੁਤ ਵੱਡਾ ਜਿਹੜਾ ਬਹੁਤ ਲੋਕਾਂ ਨੂੰ ਪਤਾ ਹੈਗਾ ਕਿ ਸ਼ਹੀਦ ਊਧਮ ਸਿੰਘ ਨੇ ਭਗਤ ਸਿੰਘ ਹੋਰਾਂ ਦੀ ਪੱਜ ਜਿਨ੍ਹਾਂ ਤੇ ਚੱਲਦੇ 42 ਦਿਨ ਜੇਲ੍ਹ 'ਚ ਭੁੱਖ ਹੜਤਾਲ ਕੀਤੀ ਸੀ ਤੇ ਜ਼ਬਰਦਸਤੀ ਉਹਨਾਂ ਨੇ ਫੂਡ ਮਤਲਬ ਨਾਲੀ ਰਾਹੀਂ ਭੋਜਨ ਪਾ ਕੇ ਇਹਨਾਂ ਦੀ ਜਿਹੜੀ ਭੁੱਖ ਹੜਤਾਲ ਸੀ ਉਹ ਤੜਵਾਈ ਸੀ। ਇਹ ਜਿਹੜੀ 26 ਅਪ੍ਰੈਲ 1940 ਤੋਂ ਲੈ ਕੇ 6 ਜੂਨ 1940 ਤੱਕ ਭੁੱਖ ਹੜਤਾਲ ਤੇ ਰਹੀ ਸੀ 42 ਦਿਨ, ਜਿਹਦੇ ਵਿੱਚ ਇਹਨਾਂ ਨੇ ਮੰਗਾਂ ਰੱਖੀਆਂ ਸੀਗੀਆਂ ਕਿ ਮੈਨੂੰ 10 ਦਿਨ ਦੀ ਥਾਂ ਤੇ ਹਰ ਰੋਜ਼ ਨਾਲ ਦਿੱਤਾ ਜਾਵੇ, ਮੇਰੀਆਂ ਜਿਹੜੀਆਂ ਐਨਕਾਂ ਮਤਲਬ ਕਿ ਮੈਨੂੰ ਵਾਪਸ ਕੀਤੀਆਂ ਜਾਣ, ਮੇਰੇ ਦੋਸਤਾਂ ਨੇ ਜਿਹੜੀਆਂ ਮੈਨੂੰ ਕਿਤਾਬਾਂ ਭੇਜੀਆਂ ਹੈਗੀਆਂ ਇਹ ਮੈਨੂੰ ਮਤਲਬ ਕਿ ਪੜ੍ਹਨ ਲਈ ਦਿੱਤੀਆਂ ਜਾਣ। ਜੀ ਠੀਕ ਹੈ। ਹਾਂ, ਉਸ ਤੋਂ ਗਾਹਾਂ ਇੱਕ ਹੋਰ ਮੈਂ ਤੁਹਾਨੂੰ ਦੱਸ ਦਵਾਂ, ਇਹ ਜਿਹੜਾ ਨਵਾਂ ਤੱਥ ਸਾਨੂੰ ਮਿਲਿਆ ਨਵਾਂ ਤੱਥ ਜਾਣਨ ਤੋਂ ਪਹਿਲਾਂ 1 ਮਿੰਟ ਤੁਸੀਂ ਇੱਥੇ ਰੁਕਣਾ, ਮੈਂ ਇੱਕ ਛੋਟਾ ਜਿਹਾ ਬ੍ਰੇਕ ਇੱਥੇ ਲੈਣਾ ਚਾਹੂੰਗਾ। ਉਸ ਤੋਂ ਬਾਅਦ ਆਪਾਂ ਦੁਬਾਰਾ ਇਹਨੂੰ ਇੱਥੋਂ ਸ਼ੁਰੂਆਤ ਕਰਦੇ ਹਾਂ, ਫਿਰ ਲੰਬਾ ਹੋ ਜਾਂਦਾ। ਇੱਕ ਵਾਰੀ ਛੋਟਾ ਜਿਹਾ ਬ੍ਰੇਕ ਆਪਾਂ ਇੱਥੇ ਲੈਂਦੇ ਹਾਂ ਤੇ ਫਿਰ ਜਿਹੜਾ ਨਵਾਂ ਤੱਥ ਆ ਉਹ ਆਪਣੇ ਦਰਸ਼ਕਾਂ ਦੇ ਸਾਹਮਣੇ ਅਸੀਂ ਪੇਸ਼ ਕਰਦੇ ਹਾਂ।